The show is sponsored by Ashoka Tandoori Range. Enjoy the Indian taste. ਨਿਊਜ਼ ਓਨਲੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਤਵਿੰਦਰ ਰੰਧਾਵਾ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਸ਼੍ਰੋਮਣੀ ਅਕਾਲੀ ਦਲ ਨੇ ਘੇਰੀ ਪੰਜਾਬ ਦੀ ਕੈਪਟਨ ਸਰਕਾਰ ਨਾਜਾਇਜ਼ ਸ਼ਰਾਬ ਦੇ ਮੁੱਦੇ ਤੇ ਪੰਜਾਬ ਸਰਕਾਰ ਤੇ ਚੁੱਕੇ ਕਈ ਸਵਾਲ। ਮਾਨਸਾ 'ਚ ਸਕੂਲੀ ਵਿਦਿਆਰਥਣ ਦੇ ਖੁਦਕੁਸ਼ੀ ਦਾ ਮਾਮਲਾ। ਆਮ ਆਦਮੀ ਪਾਰਟੀ ਵਿਧਾਇਕ ਅਮਨ ਅਰੋੜਾ ਨੇ ਘੇਰਿਆ ਪੰਜਾਬ ਸਰਕਾਰ ਨੂੰ, ਕਿਹਾ ਜੇਕਰ ਕੈਪਟਨ ਸਰਕਾਰ ਆਪਣਾ ਸਮਾਰਟਫੋਨ ਵਾਲਾ ਵਾਅਦਾ ਪੂਰਾ ਕਰਦੀ ਤਾਂ ਨਾ ਹੁੰਦੀ ਖੁਦਕੁਸ਼ੀ। ਤਰਨ ਚੁੱਗ ਨੇ ਪੰਜਾਬ ਸਰਕਾਰ ਤੇ ਕੱਸਿਆ ਤੰਜ। ਲੰਚ ਡਿਪਲੋਮੈਸੀ ਨੂੰ ਲੈ ਕੇ ਘੇਰਿਆ ਪੰਜਾਬ ਸਰਕਾਰ ਨੂੰ। ਲੁਧਿਆਣਾ 'ਚ ਵਿਧਾਇਕ ਦਵਿੰਦਰ ਘੁਬਾਇਆ ਦੀ ਗੱਡੀ ਦਾ ਹੋਇਆ ਐਕਸੀਡੈਂਟ। ਹਾਦਸੇ 'ਚ ਇੱਕ ਵਿਅਕਤੀ ਦੀ ਮੌਤ। ਐਸਜੀਪੀਸੀ ਨੇ ਪੰਜਾਬ ਸਰਕਾਰ ਦੇ ਹੁਕਮਾਂ ਤੇ ਜਤਾਇਆ ਇਤਰਾਜ਼। ਗੁਰੂ ਘਰਾਂ 'ਚ ਲੰਗਰ ਵੀ ਵਰਤਾਏ ਜਾਣਗੇ ਤੇ ਕੜਾ ਪ੍ਰਸ਼ਾਦ ਵੀ, ਕਿਹਾ ਐਸਜੀਪੀਸੀ ਨੇ। ਗ੍ਰੰਥੀ ਸਿੰਘਾਂ ਵੱਲੋਂ ਵੀ ਐਸਜੀਪੀਸੀ ਦੇ ਸਮਰਥਨ 'ਚ ਹਾਂ ਦਾ ਨਾਰਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਸਰਕਾਰ ਇਹਨਾਂ ਦਿਨੀ ਚੌਂ ਤਰਫੋਂ ਘਿਰਦੀ ਨਜ਼ਰ ਆ ਰਹੀ ਹੈ। ਵਿਰੋਧੀ ਪਾਰਟੀਆਂ ਪੰਜਾਬ ਸਰਕਾਰ ਤੇ ਲਗਾਤਾਰ ਨਿਸ਼ਾਨਾ ਲਗਾਉਂਦੀਆਂ ਨਜ਼ਰ ਆ ਰਹੀਆਂ ਨੇ। ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਨੂੰ ਘੇਰਿਆ ਗਿਆ ਹੈ। ਅਕਾਲੀ ਆਗੂ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀ ਕੈਬਨਿਟ ਵੱਲੋਂ ਸ਼ਰਾਬ ਘੁਟਾਲੇ ਤੇ ਆਵਾਜ਼ ਚੁੱਕੇ ਜਾਣ ਤੇ ਵੀ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਰੈਵਨਿਊ ਲਾਸ ਦਾ ਕੇਸ ਚੱਲਦਾ ਹੈ ਨਜਾਇਜ਼ ਸ਼ਰਾਬ ਦਾ, ਉਹਦੇ ਉੱਤੇ ਵੀ ਸਾਨੂੰ ਅਫਸੋਸ ਹੈ ਕਿ ਹਾਲੇ ਤੱਕ ਸਾਰੀ ਕੈਬਨਿਟ ਦੇ ਮੰਨਣ ਦੇ ਬਾਵਜੂਦ ਵੀ ਕੋਈ ਅੱਗੇ ਗੱਲ ਨਹੀਂ ਵਧੀ ਕਿ ਜਿਹੜਾ ਲੋਕਾਂ ਦਾ ਪੈਸਾ ਲੁੱਟਿਆ ਹੋਇਆ ਉਹ ਵਾਪਸ ਕਿਵੇਂ ਆਊਗਾ। ਉਸ ਤੋਂ ਬਾਅਦ ਦੋ ਇਨਸੀਡੈਂਟ ਵੱਡੀਆਂ ਹੋਰ ਹੋ ਗਈਆਂ। ਇੱਕ ਜਿਹੜੀ ਹੈਗੀ ਹੈ ਗੁਰਦਾਸਪੁਰ ਡਿਸਟਿਲਰੀ ਹੈ ਚੱਡਾ ਸ਼ੂਗਰ ਮਿਲ ਵਾਲਿਆਂ ਦੀ, ਉਹਦੇ 'ਚੋਂ 2 ਟਰੱਕ ਸ਼ਰਾਬ ਫੜੇ ਗਏ। ਹਾਲੇ ਤੱਕ ਅੱਜ ਵੀ ਇੱਕ ਪੰਜਾਬੀ ਦੀ ਅਖਬਾਰ ਦੇ ਵਿੱਚ ਪ੍ਰਮੁਖਤਾ ਦੇ ਨਾਲ ਸਟੋਰੀ ਛਪੀ ਹੈ ਕਿ ਹਾਲੇ ਤੱਕ ਕਿਸੇ ਦੋਸ਼ੀ ਦਾ ਨਾਂ ਨਹੀਂ ਪਾਇਆ ਗਿਆ। ਜਿਹੜੀ ਥਾਣੇ ਵਾਲੇ ਤੇ ਐਸਐਸਪੀ ਸਾਹਿਬ ਕਹਿ ਰਹੇ ਆ ਕਿ ਐਕਸਾਈਜ਼ ਵਾਲਿਆਂ ਨੇ ਇਨਕੁਆਇਰੀ ਕਰਨੀ ਹੈ ਤੇ ਐਕਸਾਈਜ਼ ਵਾਲੇ ਕਹਿ ਰਹੇ ਆ ਕਿ ਅਸੀਂ ਐਫਆਈਆਰ ਲਿਖਾਤੀ ਹੈ, ਬਾਕੀ ਕੰਮ ਉਹਨਾਂ ਦਾ। ਮਤਲਬ ਉਹਦਾ ਵੀ 2 ਸ਼ਰਾਬ ਦੀਆਂ ਟਰੱਕ ਫੜੇ ਜਾਣ ਦੇ ਬਾਵਜੂਦ ਹਾਲੇ ਅੱਜ ਦੀ ਤਰੀਕ ਤੱਕ ਕੋਈ ਕਾਰਵਾਈ ਨਹੀਂ ਹੋਈ। ਜਿਹੜੀ ਪਟਿਆਲੇ ਇੱਕ ਡਿਸਟਿਲਰੀ ਦੇ ਵਿੱਚੋਂ ਸ਼ਰਾਬ ਫੜੀ ਗਈ ਸੀ ਉਹਦੇ ਉੱਤੇ ਵੀ ਹਾਲੇ ਤੱਕ ਕਿਸੇ ਦੀ ਕਾਰਵਾਈ ਨਹੀਂ ਹੋਈ। ਉਹ ਪਤਾ ਲੱਗਿਆ ਕਿ ਫਾਈਲ ਮਹਿਕਮੇ ਨੂੰ ਆ ਗਈ ਹੈ। ਅੱਜ ਵਾਲੀ ਸਟੋਰੀ ਦੇ ਵਿੱਚ ਜ਼ਿਕਰ ਹੈ ਕਿ ਉਹਨੂੰ ਵੀ ਮਹਿਕਮੇ ਦੇ ਅੰਦਰ ਅੰਦਰ ਹੀ ਜਿਹੜੀ ਹੈ ਉਹ ਠੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਅਫਸੋਸ ਇਸ ਗੱਲ ਦਾ ਕਿ ਕਿਸ ਹੱਦ ਤੱਕ ਜਿਹੜੀ ਹੈ ਜ਼ਬਾਨ ਦਬਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ। ਸਾਡੇ ਤਾਂ ਜ਼ਬਾਨਾਂ ਦਬਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੋਟਿਸ ਭੇਜ ਕੇ, ਪਰ ਮੀਡੀਆ ਦੀ ਜ਼ਬਾਨ ਦਬਾਉਣ ਦੀ ਇੱਕ ਬੜੀ ਵੱਡੀ ਤੁਹਾਡੇ ਸਾਹਮਣੇ ਉਦਾਹਰਨ ਆਈ ਹੈ ਕਿ ਜਿਨ੍ਹਾਂ ਪੱਤਰਕਾਰਾਂ ਨੇ ਸਟੋਰੀਆਂ ਕੀਤੀਆਂ ਸੀ ਵੀ ਆਹ ਇਲੀਗਲ ਸ਼ਰਾਬ ਦੀ ਫੈਕਟਰੀ ਹੈ, ਇੱਥੋਂ ਇੰਨੀ ਸ਼ਰਾਬ ਫੜੀ ਗਈ ਹੈ ਤੇ ਇਹ ਮਿਲੀ ਭੁਗਤ ਦੇ ਨਾਲ, ਰਿਸ਼ਵਤਖੋਰੀ ਦੇ ਨਾਲ ਇਹ ਚੀਜ਼ਾਂ ਚੱਲਦੀਆਂ। ਆਹ ਪਟਿਆਲੇ ਦੇ ਵਿੱਚ ਪੱਤਰਕਾਰ ਨੇ ਮਨੀਸ਼ ਸਰਹੰਦੀ ਜੀ ਟਾਈਮਜ਼ ਆਫ ਇੰਡੀਆ ਦੇ 2 ਨੋਟਿਸ ਲਗਾਤਾਰ ਉਹਨਾਂ ਨੂੰ ਆ ਗਏ ਕਿ ਤੁਸੀਂ ਆ ਕੇ ਪੇਸ਼ ਹੋਵੋ, ਤੁਹਾਡੀ ਸਟੋਰੀ ਛਪੀ ਹੈ ਤੇ ਆਪਣੇ ਸਬੂਤ ਨਾਲ ਲੈ ਕੇ ਆਓ। ਇਹ ਨਵੀਂ ਉਦਾਹਰਨ ਹੈ ਪੰਜਾਬ ਦੇ ਵਿੱਚ ਇਨਵੈਸਟੀਗੇਸ਼ਨ ਦੀ ਕਿ ਜੇ ਕੋਈ ਜਰਨਲਿਜ਼ਮ ਦੇ ਵਿੱਚ ਇਨਵੈਸਟੀਗੇਟਿਵ ਸਟੋਰੀ ਕਰਦਾ। ਪਹਿਲਾਂ ਇਸੇ ਲਾਕਡਾਊਨ ਦੇ ਵਿੱਚ ਕਰਫਿਊ ਦੇ ਦੌਰਾਨ ਬਹੁਤ ਸਾਰੇ ਪੱਤਰਕਾਰ ਜਿਨ੍ਹਾਂ ਨੇ ਕੋਈ ਸਰਕਾਰ ਦੇ ਖਿਲਾਫ ਆਵਾਜ਼ ਚੁੱਕੀ, ਉਹਨਾਂ ਦੇ ਖਿਲਾਫ ਝੂਠੇ ਪਰਚੇ ਜਿਹੜੇ ਆ ਉਹ ਦਰਜ ਕੀਤੇ ਗਏ। ਤੁਸੀਂ ਵੀ ਚੰਡੀਗੜ੍ਹ ਪ੍ਰੈਸ ਕਲੱਬ ਨੇ ਵੀ ਜਾ ਕੇ ਪ੍ਰੋਟੈਸਟ ਕੀਤਾ ਜਦੋਂ ਜੈ ਸਿੰਘ ਛਿੱਬਰ ਦੇ ਖਿਲਾਫ ਇੱਕ ਮੰਤਰੀ ਦੇ ਖਿਲਾਫ ਸਟੋਰੀ ਲਾਉਣ ਤੇ ਜਿਹੜੇ ਹੋਈ। ਰੋਪੜ ਦੇ ਵਿੱਚ ਕਈ ਪੱਤਰਕਾਰਾਂ ਦੇ ਖਿਲਾਫ ਜਿਹੜੇ ਆ ਉਹ ਪੁਲਿਸ ਵੱਲੋਂ ਕੇਸ ਦਰਜ ਕੀਤੇ ਗਏ, ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਕੇਸ ਦਰਜ ਕੀਤੇ ਗਏ। ਪਰ ਇਹ ਨਵੀਂ ਉਦਾਹਰਨ ਹੈ। ਇੱਕ 4 ਤਰੀਕ ਨੂੰ ਨੋਟਿਸ ਆ ਗਿਆ, ਇੱਕ 7 ਤਰੀਕ ਨੂੰ ਆ ਗਿਆ। ਇਹਦਾ ਮਤਲਬ ਹੈ ਇੱਕ ਸੰਕੇਤ ਹੈ ਸਾਰੇ ਮੀਡੀਆ ਵਾਸਤੇ ਵੀ ਜੇ ਤੁਸੀਂ ਕੋਈ ਕਿਸੇ ਮਾਫੀਏ ਦੇ ਖਿਲਾਫ
ਚਾਹੇ ਰੇਤ ਮਾਫੀਆ, ਚਾਹੇ ਸ਼ਰਾਬ ਮਾਫੀਆ ਜਾਂ ਕੋਈ ਹੋਰ ਆ, ਤੇ ਜੇ ਤੁਸੀਂ ਕੋਈ ਇਨਵੈਸਟੀਗੇਟਿਵ ਸਟੋਰੀ ਕੀਤੀ ਤੇ ਤੁਹਾਨੂੰ ਵੀ ਕੇਸ ਦੇ ਵਿੱਚ ਫਸਾਵਾਂਗੇ, ਨਾਲੇ ਤੇ ਤੁਹਾਨੂੰ ਵੈਸੇ ਐਕਸਪੋਜ਼ ਕਰਾਂਗੇ ਕ੍ਰਿਮੀਨਲਸ ਨੂੰ, ਕਿਉਂਕਿ ਜਦੋਂ ਇਨਵੈਸਟੀਗੇਸ਼ਨ ਵਾਸਤੇ ਤੁਸੀਂ ਜਰਨਲਿਸਟਾਂ ਨੂੰ ਉੱਥੇ ਬੁਲਾਉਂਦੇ ਹੋ ਤੇ ਇਹਦਾ ਮਤਲਬ ਹੈ ਕਿ ਤੁਸੀਂ ਉਹਨੂੰ ਟਾਰਗੇਟ ਬਣਾ ਰਹੇ ਹੋ। ਤੁਸੀਂ ਦੂਜੇ ਪਾਸੇ ਵੀ ਇੱਕ ਸੰਕੇਤ ਦੇਣਾ ਚਾਹੁੰਦੇ ਹੋ ਕਿ ਸ਼ਾਇਦ ਅਸੀਂ ਨਹੀਂ ਸੀ ਬੁਲਾਉਂਦੇ, ਪੱਤਰਕਾਰ ਜਿਹੜਾ ਹੈਗਾ ਉਹਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਹੈਗੀ ਆ ਕਿ ਤੂੰ ਲੈ ਕੇ ਆ, ਹਾਲੇ ਕਿ ਉਹ ਪਾਬੰਦ ਨਹੀਂ ਹੈ ਕਿ ਆਪਣਾ ਸੋਰਸ ਪੱਤਰਕਾਰ ਦੱਸੇ, ਪਰ ਕੀ ਗੱਲਾਂ ਸਰਕਾਰ ਨੂੰ ਨਹੀਂ ਪਤਾ ਕਿ ਪੱਤਰਕਾਰਾਂ ਨੂੰ ਇਸ ਤਰੀਕੇ ਜਿਹਨੇ ਇਨਵੈਸਟੀਗੇਟਿਵ ਜਿਹੜੀ ਸਟੋਰੀ ਕੀਤੀ ਆ ਉਹਨੂੰ ਹਰਾਸਮੈਂਟ ਨਹੀਂ ਹੋਣੀ ਚਾਹੀਦੀ। ਇਸ ਲਈ ਅਸੀਂ ਇਹ ਜਿਹੜੀ ਹਰਾਸਮੈਂਟ ਪੱਤਰਕਾਰਾਂ ਨੂੰ ਕੀਤੀ ਜਾ ਰਹੀ ਹੈ ਇਹਨੂੰ ਕੰਡੈਮ ਵੀ ਕਰਦੇ ਹਾਂ ਕਿ ਇਹ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਬਹੁਤ ਵੱਡਾ ਹਮਲਾ, ਔਰ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਆਪਣੇ ਕੰਮ ਠੀਕ ਕਰੇ। ਇਸ ਤਰੀਕੇ ਜਿਹੜਾ ਗੁਲਾਮੀ ਵਾਲੇ ਪਾਸੇ ਜਿਹੜਾ ਉਹ ਲੋਕਾਂ ਨੂੰ ਨਾ ਤੋਰੇ, ਨਾ ਪੱਤਰਕਾਰਾਂ ਦੀ ਆਵਾਜ਼ ਬੁਲੰਦ ਕਰੇ, ਨਾ ਪੋਲੀਟੀਕਲ ਲੋਕਾਂ ਦੀ ਜਿਹੜੀ ਸਹੀ ਮੁੱਦੇ ਦੇ ਉੱਤੇ ਆਵਾਜ਼ ਜਿਹੜੀ ਹੈ ਉਹ ਬੁਲੰਦ ਕਰਨ ਦੀ ਕੋਸ਼ਿਸ਼ ਕਰੇ। ਬੀਤੇ ਦਿਨ ਮਾਨਸਾ 'ਚ 11ਵੀਂ ਜਮਾਤ ਦੀ ਲੜਕੀ ਵੱਲੋਂ ਖੁਦਕੁਸ਼ੀ ਕਰ ਲਈ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਆਨਲਾਈਨ ਪੜ੍ਹਾਈ ਕਰਨ ਲਈ ਸਮਾਰਟਫੋਨ ਨਾ ਹੋਣ ਕਾਰਨ ਲੜਕੀ ਨੇ ਖੁਦਕੁਸ਼ੀ ਕਰ ਲਈ, ਜਿਸ ਤੇ ਆਮ ਆਦਮੀ ਪਾਰਟੀ ਆਗੂ ਅਮਨ ਅਰੋੜਾ ਵੱਲੋਂ ਪੰਜਾਬ ਦੀ ਕੈਪਟਨ ਸਰਕਾਰ ਤੇ ਸਵਾਲ ਚੁੱਕਿਆ ਗਿਆ ਹੈ ਤੇ ਕਿਹਾ ਗਿਆ ਹੈ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਸਮਾਰਟਫੋਨ ਦਾ ਵਾਅਦਾ ਪੂਰਾ ਕਰ ਲੈਂਦੇ ਤਾਂ ਸ਼ਾਇਦ ਉਸ ਲੜਕੀ ਵੱਲੋਂ ਖੁਦਕੁਸ਼ੀ ਨਾ ਕੀਤੀ ਜਾਂਦੀ। ਦੇਖੋ, ਕੱਲ ਜਿਸ ਤਰੀਕੇ ਦੇ ਨਾਲ ਮਾਨਸਾ ਜ਼ਿਲ੍ਹੇ ਦੇ ਕੋਟ ਧਰਮੂ ਪਿੰਡ ਦੀ ਰਮਨਦੀਪ ਕੌਰ ਨਾਮ ਦੀ ਲੜਕੀ ਨੇ 11ਵੀਂ ਕਲਾਸ ਦੀ ਸਟੂਡੈਂਟ ਨੇ ਆਤਮ ਹੱਤਿਆ ਕੀਤੀ ਹੈ, ਔਰ ਉਹਨਾਂ ਦੇ ਫਾਦਰ ਦਾ ਇਹ ਕਹਿਣਾ ਕਿ ਕਿਉਂਕਿ ਕਲਾਸਿਸ ਪੜ੍ਹਾਈ ਹੈ ਜਿਹੜੀ ਅੱਜ ਕੱਲ੍ਹ ਆਨਲਾਈਨ ਚੱਲ ਰਹੀ ਹੈ, ਬੱਚੇ ਦੇ ਉੱਪਰ ਪੜ੍ਹਾਈ ਦਾ ਪ੍ਰੈਸ਼ਰ ਸੀਗਾ ਤੇ ਉਹ ਗਰੀਬ ਹੋਣ ਕਰਕੇ, ਕਿਉਂਕਿ ਇੱਕ ਲੇਬਰਰ ਨੇ, ਇੱਕ ਦਿਹਾੜੀ ਕਰਦੇ ਨੇ, ਉਹਨਾਂ ਨੂੰ ਆਪਦੀ ਬੇਟੀ ਨੂੰ ਸਮਾਰਟਫੋਨ ਨਹੀਂ ਲੈ ਕੇ ਦੇ ਸਕੇ, ਜਿਸ ਦੀ ਪ੍ਰੈਸ਼ਰ ਦੇ ਵਿੱਚ ਆ ਕੇ, ਟੈਨਸ਼ਨ ਦੇ ਵਿੱਚ ਆ ਕੇ ਰਮਨਦੀਪ ਕੌਰ ਨੇ ਆਤਮ ਹੱਤਿਆ ਕੀਤੀ ਹੈ। ਮੈਂ ਸਮਝਦਾ ਕਿ ਇਸ ਆਤਮ ਹੱਤਿਆ ਦੇ ਲਈ ਕੈਪਟਨ ਅਮਰਿੰਦਰ ਸਿੰਘ ਜੀ ਦੀ ਪੰਜਾਬ ਸਰਕਾਰ ਜ਼ਿੰਮੇਵਾਰ ਹੈ, ਕਿਉਂਕਿ ਇਹ ਉਹੀ ਸਰਕਾਰ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਆਪਣੇ ਮੈਨੀਫੈਸਟੋ ਦੇ ਵਿੱਚ ਕਿ ਉਹ ਪੰਜਾਬ ਦੇ ਹਰੇਕ ਨੌਜਵਾਨ ਨੂੰ ਸਮਾਰਟਫੋਨ ਦੇਣਗੇ, ਪਰ ਅੱਜ 3.5 ਸਾਲ ਬੀਤ ਜਾਣ ਦੇ ਬਾਵਜੂਦ ਵੀ, ਔਰ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਖੁਦ ਆਪ ਵਿਧਾਨ ਸਭਾ ਦੇ ਵਿੱਚ 3.5 ਸਾਲਾਂ ਦੇ ਵਿੱਚ ਬਾਰ-ਬਾਰ ਵਾਅਦਾ ਕਰਨ ਦੇ ਬਾਵਜੂਦ ਵੀ, ਵਿਦਿਆਰਥੀਆਂ ਨੂੰ ਸਮਾਰਟਫੋਨ ਦੇਣ ਦਾ ਵਾਅਦਾ ਕਰਨ ਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਆਪਦਾ ਵਾਅਦਾ ਪੂਰਾ ਨਹੀਂ ਕਰ ਸਕੇ ਹੈਗੇ। ਅੱਜ ਉਹ ਸਮਾਂ ਜਦ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਦੇ ਲਈ ਸਮਾਰਟਫੋਨ ਸਹੀ ਮਾਇਨੇ ਦੇ ਵਿੱਚ ਬਹੁਤ ਸਹਾਈ ਹੋ ਸਕਦੇ ਸੀਗੇ। ਜੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਆਪਣਾ ਇਹ ਵਾਅਦਾ ਨਿਭਾਇਆ ਹੁੰਦਾ ਤਾਂ ਸ਼ਾਇਦ ਰਮਨਦੀਪ ਕੌਰ ਦੀ ਜਾਨ ਅੱਜ ਬਚ ਜਾਂਦੀ। ਸੋ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਔਰ ਪੰਜਾਬ ਸਰਕਾਰ ਆਪਣੇ ਵਾਅਦੇ ਤੋਂ ਮੁੱਕਰਨ ਦੀ ਵਜ੍ਹਾ ਕਰਕੇ ਰਮਨਦੀਪ ਕੌਰ ਦੀ ਡੈਥ ਦੇ ਲਈ ਜ਼ਿੰਮੇਵਾਰ। ਅਕਾਲ ਡਿਗਰੀ ਕਾਲਜ ਫਾਰ ਵੂਮੈਨ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਇਸ ਦੇ ਲਈ ਆਮ ਆਦਮੀ ਪਾਰਟੀ ਸੰਘਰਸ਼ ਕਰਨ ਤੋਂ ਵੀ ਪਿੱਛੇ ਨਹੀਂ ਹਟੇਗੀ। ਇਹ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਆਗੂ ਹਰਪਾਲ ਸਿੰਘ ਚੀਮਾ ਵੱਲੋਂ ਕੀਤਾ ਗਿਆ ਹੈ ਤੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਉਕਤ ਕਾਲਜ ਟਰਸਟ ਅਧੀਨ ਚੱਲ ਰਿਹਾ ਹੈ, ਜਿੱਥੇ ਇਲਾਕੇ ਦੇ ਗਰੀਬ ਪਰਿਵਾਰਾਂ ਦੇ ਬੱਚੇ, ਖਾਸ ਕਰਕੇ ਦਲਿਤ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ ਤੇ ਟਰਸਟ ਦੀ ਮੈਨੇਜਮੈਂਟ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੋਲ ਪਹੁੰਚ ਕੀਤੀ ਗਈ ਹੈ, ਜਿਸ ਦੇ ਜਵਾਬ ਵਿੱਚ ਯੂਨੀਵਰਸਿਟੀ ਨੇ ਮੈਨੇਜਮੈਂਟ ਨੂੰ ਪੱਤਰ ਲਿਖ ਕੇ ਸੈਸ਼ਨ 2020 ਤੋਂ 21 ਕੋਰਸ BA ਭਾਗ ਪਹਿਲਾ ਐਂਟਰੀ ਨੂੰ ਰੱਦ ਕਰਨ ਲਈ ਲੋੜੀਂਦੇ ਦਸਤਾਵੇਜ਼ ਦੀ ਮੰਗ ਕੀਤੀ ਹੈ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸਰਕਾਰ ਤੇ ਟਰਸਟ ਚੇਅਰਮੈਨ ਮਿਲੀ ਭੁਗਤ ਨਾਲ ਇਸ ਕਾਲਜ ਨੂੰ ਬੰਦ ਕਰਨਾ ਚਾਹੁੰਦੇ ਨੇ, ਕਿਉਂਕਿ ਜਦੋਂ BA ਭਾਗ 1 ਹੀ ਰੱਦ ਹੋ ਜਾਵੇਗਾ ਤਾਂ ਅਗਲੀ 2 ਫਿਰ 3 ਆਪਣੇ ਆਪ ਰੱਦ ਹੋ ਜਾਣਗੇ। ਸੰਗਰੂਰ ਦੇ ਵਿੱਚ ਕਾਲਜ ਜਿਹੜਾ ਕਿ ਅਕਾਲ ਡਿਗਰੀ ਕਾਲਜ ਫਾਰ ਵੂਮੈਨ, ਅਕਾਲ ਡਿਗਰੀ ਕਾਲਜ ਫਾਰ ਵੂਮੈਨ ਜਿਹੜਾ ਬਣਿਆ ਹੈ, ਜਿਹੜਾ ਕਿ ਬਹੁਤ ਲੰਬੇ ਅਰਸੇ ਤੋਂ ਖਾਸ ਕਰਕੇ ਸਾਡੀਆਂ ਬੱਚੀਆਂ ਨੂੰ, ਸਾਡੀਆਂ ਭੈਣਾਂ ਨੂੰ, ਜਿਨ੍ਹਾਂ ਨੇ ਸਾਡੀਆਂ ਮਾਵਾਂ ਨੂੰ ਵੀ ਪੜ੍ਹਾਇਆ ਗਿਆ, ਬਹੁਤ ਲੰਬਾ ਅਰਸਾ ਉਸ ਸਕੂਲ ਦੇ ਵਿੱਚ, ਕਾਲਜ ਦੇ ਵਿੱਚ ਜਿਹੜਾ ਐਜੂਕੇਸ਼ਨ ਹਾਸਲ ਕੀਤੀ ਆ, ਉਸ ਕਾਲਜ ਨੂੰ ਜਿਹੜੀ ਆ, ਉਸ ਕਾਲਜ ਦੀ ਮੈਨੇਜਮੈਂਟ ਸਰਕਾਰ ਨਾਲ ਮਿਲ ਕੇ, ਪੰਜਾਬ ਸਰਕਾਰ ਨਾਲ ਮਿਲ ਕੇ, ਕਾਂਗਰਸ ਸਰਕਾਰ ਨਾਲ ਮਿਲ ਕੇ ਜਿਹੜਾ ਹੈਗਾ ਬੰਦ ਕਰਨਾ ਚਾਹੁੰਦੀ ਆ। ਉਹਦਾ ਇੱਕ ਸਬੂਤ ਜਿਹੜਾ ਹੈਗਾ, ਉਹਦਾ ਇੱਕ ਸਬੂਤ ਜਿਹੜਾ ਮੈਂ ਤੁਹਾਡੇ ਨਸ਼ਰ ਕਰਨ ਲੱਗਿਆ, ਸਬੂਤ ਆ ਉਸ ਗੱਲ ਦਾ ਕਿ ਅਕਾਲ ਡਿਗਰੀ ਕਾਲਜ ਫਾਰ ਵੂਮੈਨ ਸੰਗਰੂਰ, ਇਹਦੇ ਵਿੱਚ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਜਾਰੀ ਕੀਤਾ ਗਿਆ ਇੱਕ ਲੈਟਰ ਆ, ਇਹ ਲੈਟਰ ਦੀ ਲੈਂਗੁਏਜ ਮੈਂ ਪੜ੍ਹ ਕੇ ਸੁਣਾਉਣਾਗਾ। ਇਹ ਲੈਟਰ ਦੀ ਲੈਂਗੁਏਜ ਹੈਗੀ ਆ, ਸੈਸ਼ਨ 2020-21 ਤੋਂ BA ਕੋਰਸ ਦੀ ਐਂਟਰੀ ਪੁਆਇੰਟ ਭਾਗ ਪਹਿਲਾ ਵਿੱਚ ਸੰਬੰਧਤਾ ਰੱਦ ਵਾਪਸ ਕਰਨ ਸੰਬੰਧੀ, ਯਾਨੀ ਕਿ ਜੇਕਰ ਪਹਿਲੇ ਸਾਲ ਦੀ ਰੱਦ ਹੁੰਦੀ ਆ ਤਾਂ ਕਾਲਜ ਜਿਹੜਾ ਹੈਗਾ ਆਟੋਮੈਟਿਕਲੀ ਅਗਲੇ ਸਾਲ ਤੋਂ ਸੈਕੰਡ ਕਲਾਸ ਬੰਦ ਹੋ ਜੂ।
ਉਦੋਂ ਅਗਲੇ ਸਾਲ ਤੋਂ 3rd ਕਲਾਸ ਬੰਦ ਹੋ ਜੂ ਔਰ ਕਾਲਜ ਜਿਹੜਾ ਹੈਗਾ ਟੋਟਲੀ ਬੰਦ ਹੋ ਜੂਗਾ। ਇਹਦਾ ਵਿਸ਼ਾ ਸੀ, ਮੈਂ ਡਿਟੇਲ 'ਚ ਪੜ੍ਹ ਕੇ ਸੁਣਾਉਣਾ। ਉਪਰੋਕਤ ਵਿਸ਼ੇ ਸੰਬੰਧੀ ਆਪ ਜੀ ਦੇ ਪੱਤਰ ਨੰਬਰ, ਮੈਂ ਤੁਹਾਨੂੰ ਇਹ ਲੈਟਰ ਜਾਰੀ ਕਰੂੰਗਾ, ਪੱਤਰ ਨੰਬਰ ਦੇ ਹਵਾਲੇ ਵਿੱਚ ਡੀਨ ਕਾਲਜ ਵਿਕਾਸ ਕੌਂਸਲ ਅਤੇ ਵਾਈਸ ਚਾਂਸਲਰ ਸਾਹਿਬ ਵੱਲੋਂ ਅਕਾਦਮਿਕ ਕੌਂਸਲ ਦੀ ਪ੍ਰਵਾਨਗੀ ਦੀ ਆਸ ਵਿੱਚ ਹੋਏ ਆਦੇਸ਼ਾਂ ਦੀ ਲੋਭ ਵਿੱਚ ਸੂਚਿਤ ਕੀਤਾ ਜਾਂਦਾ ਹੈ ਕਿ ਸੈਸ਼ਨ 2020-21 ਤੋਂ BA ਕੋਰਸ ਦੀ ਐਂਟਰੀ ਪੁਆਇੰਟ ਦੇ ਸੰਬੰਧਿਤ ਦਾ ਰੱਦ ਕਰਨ ਸੰਬੰਧੀ ਅਗਲੇਰੀ ਕਾਰਵਾਈ ਕਰਨ ਤੋਂ ਪਹਿਲਾਂ ਹੇਠ ਲਿਖੇ ਅਨੁਸਾਰ ਸ਼ਰਤਾਂ ਦੀ ਪੂਰਤੀ ਕਰਕੇ ਲੋੜੀਂਦੇ ਦਸਤਾਵੇਜ਼ ਅਤੇ ਤਸਦੀਕਸ਼ੁਦਾ ਕਾਪੀਆਂ ਇਸ ਦਫ਼ਤਰ ਵਿਖੇ ਤੁਰੰਤ ਜਮ੍ਹਾਂ ਕਰਵਾਈਆਂ ਜਾਣ। ਇਹ ਕੀ ਨੇਗੀਆਂ ਕਿ ਕਾਲਜ ਦੇ ਚੇਅਰਮੈਨ ਵੱਲੋਂ ਉਕਤ ਕੋਰਸ ਬੰਦ ਕਰਨ ਸੰਬੰਧੀ 1st ਕਲਾਸ ਮੈਜਿਸਟ੍ਰੇਟ ਤੋਂ ਤਸਦੀਕਸ਼ੁਦਾ ਐਫੀਡੇਵਿਟ ਦਿੱਤਾ ਜਾਵੇ ਅਤੇ ਉਸ ਵੱਲੋਂ ਯੂਨੀਵਰਸਿਟੀ ਅਤੇ ਵਿਦਿਆਰਥੀਆਂ ਦਾ ਕੋਈ ਬਕਾਇਆ ਨਾ ਹੋਣ ਤੇ ਹਰੇਕ ਤਰ੍ਹਾਂ ਦੇ ਝਗੜੇ ਆਦਿ ਨੂੰ ਨਿਪਟਾਉਣ ਦੀ ਜ਼ਿੰਮੇਵਾਰੀ ਕਾਲਜ ਮੈਨੇਜਮੈਂਟ ਦੀ ਹੋਵੇਗੀ। ਯਾਨੀ ਇਹ ਜਿਹੜਾ ਹੈਗਾ ਇੱਕ ਡਾਕੂਮੈਂਟ ਪੰਜਾਬੀ ਯੂਨੀਵਰਸਿਟੀ ਦੇ ਡੀਨ ਕਾਲਜ ਵੱਲੋਂ ਜਾਰੀ ਕੀਤਾ ਗਿਆ ਗਾ ਕਿ ਸੰਗਰੂਰ ਦਾ ਇਹ ਕਾਲਜ ਅਕਾਲ ਡਿਗਰੀ ਕਾਲਜ ਫਾਰ ਵੂਮੈਨ ਜਿਹੜਾ ਹੈਗਾ ਉਹ ਬੰਦ ਹੋਣ ਜਾ ਰਿਹਾ, ਜਿਹਦੇ ਨਾਲ ਸਮਾਜ ਦਾ ਇੱਕ ਬਹੁਤ ਵੱਡਾ ਹਿੱਸਾ, ਖਾਸ ਤੌਰ ਤੇ ਕਿਉਂਕਿ ਇਸ ਕਾਲਜ ਦੇ ਵਿੱਚ ਪਿੰਡਾਂ ਤੋਂ ਪੜ੍ਹਨ ਦੇ ਲਈ ਪੇਂਡੂ ਜਿਹੜੇ ਸਾਡੇ ਸਟੂਡੈਂਟ ਸੀ ਉਹ ਆਉਂਦੇ ਸੀ ਬਹੁਤ ਸਾਰੇ। ਰਣਵੀਰ ਕਾਲਜ ਬਹੁਤ ਪੁਰਾਣਾ ਬਣਿਆ ਹੈ, ਪਰ ਲੇਕਿਨ ਇਸ ਕਾਲਜ ਦੇ ਵਿੱਚ ਸਾਡੀਆਂ ਬੱਚੀਆਂ ਖਾਸ ਤੌਰ ਤੇ, ਕਿਉਂਕਿ ਇਹ ਵੂਮੈਨ ਕਾਲਜ ਆ, ਇਹ ਐਕਸਕਲੂਸਿਵਲੀ ਔਰਤਾਂ ਦਾ, ਸਾਡੀਆਂ ਬੱਚੀਆਂ ਦਾ ਕਾਲਜ ਹੈ, ਇਹਦੇ ਵਿੱਚ ਸਾਰਿਆਂ ਨੇ ਆਉਣਾ ਸੀਗਾ। ਸੋ ਉੱਥੇ ਜਿਹੜਾ ਹੈਗਾ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਵੱਡੀ ਗੱਲ ਦੱਸ ਦਿਆਂ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਇੱਥੇ ਸਾਡੀਆਂ ਦਲਿਤ ਕੁੜੀਆਂ ਜਿਹੜੀਆਂ ਆਉਂਦੀਆਂ ਸੀ ਪੜ੍ਹਨ ਦੇ ਲਈ, ਉਹ ਕੁੜੀਆਂ ਨੂੰ ਪੜ੍ਹਾਈ ਤੋਂ ਵਾਂਝੇ ਕੀਤਾ ਜਾ ਰਿਹਾ। ਇੱਕ ਬਹੁਤ ਵੱਡਾ ਧੋਖਾ ਜਿਹੜਾ ਹੈਗਾ ਜਿੱਥੇ ਪੇਂਡੂ ਸਟੂਡੈਂਟਾਂ ਦੇ ਨਾਲ ਹੋ ਰਿਹਾ, ਉੱਥੇ ਦਲਿਤ ਸਮਾਜ ਦੇ ਨਾਲ ਵੀ ਹੋ ਰਿਹਾ। ਇਹਦੇ ਲਈ ਮੈਂ ਸਮਝਦਾ ਕਾਂਗਰਸ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਆ, ਕਾਂਗਰਸ ਪਾਰਟੀ ਜ਼ਿੰਮੇਵਾਰ ਆ, ਜਿੱਥੇ ਟਰਸਟ ਜ਼ਿੰਮੇਵਾਰ ਆ, ਜਿੱਥੇ ਉੱਥੇ ਸਰਕਾਰ ਜ਼ਿੰਮੇਵਾਰ ਹੈਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਵਿਧਾਇਕਾਂ ਨਾਲ ਸ਼ੁਰੂ ਕੀਤੀ ਗਈ ਲੰਚ ਡਿਪਲੋਮੈਸੀ ਦੇ ਭਾਜਪਾ ਸਕੱਤਰ ਤਰੁਣ ਚੁੱਗ ਨੇ ਤੰਜ ਕੱਸਿਆ ਹੈ ਤੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੇਕਰ ਲੰਚ ਦੀਆਂ ਤਸਵੀਰਾਂ ਸਾਂਝੀਆਂ ਕਰਨ ਦੀ ਬਜਾਏ ਪੰਜਾਬ ਦੇ ਲੋਕਾਂ ਵੱਲ ਧਿਆਨ ਦੇਣਗੇ ਤਾਂ ਜ਼ਿਆਦਾ ਵਧੀਆ ਰਹੇਗਾ। ਕੈਪਟਨ ਸਾਹਿਬ ਨੂੰ 70 ਦਿਨ ਬਾਅਦ, ਕਰੋਨਾ ਦੇ 70 ਦਿਨ ਬਾਅਦ ਔਰ ਸਰਕਾਰ ਬਣਨ ਦੇ 3.25 ਸਾਲ ਬਾਅਦ ਯਾਦ ਆਇਆ ਕਿ ਜ਼ਿਲ੍ਹਿਆਂ ਦੇ ਵਿਧਾਇਕਾਂ ਨਾਲ ਉੱਥੋਂ ਦੇ ਵਿਕਾਸ ਵਾਸਤੇ ਚਰਚਾ ਕਰਨੀ। ਔਰ ਅੱਜ ਲੰਚ ਡਿਪਲੋਮੈਸੀ ਅੰਮ੍ਰਿਤਸਰ ਦੇ MLA ਸਾਹਿਬਾਨ ਨਾਲ ਹੋਈ ਹੈ। ਜਿਸ ਤਰ੍ਹਾਂ ਦਾ ਸਰਕਾਰ ਦਾ ਘੋਸ਼ਣਾ ਆਈ ਹੈ, TVs ਤੇ ਦਿਖਾਇਆ ਜਾ ਰਿਹਾ। ਮੇਰੀ ਇੱਕੋ ਬੇਨਤੀ ਹੈ ਕਿ ਅੱਜ ਅੰਮ੍ਰਿਤਸਰ ਦੇ ਵਿਧਾਇਕਾਂ ਨਾਲ ਬਹਿ ਕੇ ਅੰਮ੍ਰਿਤਸਰ ਦੇ ਵਿਕਾਸ ਵਾਸਤੇ ਕੈਪਟਨ ਸਾਹਿਬ ਤੁਸੀਂ ਕੀ ਦਿੱਤਾ, ਕੀ ਖਾਕਾ ਖਿੱਚਿਆ, 3.5 ਸਾਲਾਂ 'ਚ ਕੀ ਕੀਤਾ ਸੀ, ਅਗਲੇ 1.5 ਸਾਲ 'ਚ ਕੀ ਕਰਨ ਵਾਲੇ ਹੋ, ਜਨਤਾ ਨੂੰ ਇਹ ਦੱਸੋ। ਤੁਸੀਂ ਲੰਚ 'ਚ ਕੀ ਖਾਦਾ, ਕੀ ਨਹੀਂ ਖਾਦਾ, ਕੌਣ ਗਿਆ ਤੇ ਕੌਣ ਨਹੀਂ ਗਿਆ। ਪੰਜਾਬ ਦੀ ਔਰ ਖਾਸ ਤੌਰ ਤੇ ਜਿਸ ਜ਼ਿਲ੍ਹੇ ਦੇ ਵਿਧਾਇਕਾਂ ਦੀ ਤੁਸੀਂ ਮੀਟਿੰਗ ਕੀਤੀ ਹੈ, ਉਹਨਾਂ ਵਿਧਾਇਕਾਂ ਦੇ ਨਾਲ ਤੁਸੀਂ ਕੀ ਤੈਅ ਕੀਤਾ, ਕੀ ਉਹਦੇ ਵਿੱਚ ਸਕੀਮਾਂ ਬਣੀਆਂ, ਕੀ ਉਸ ਜ਼ਿਲ੍ਹੇ ਦੇ ਵਿਕਾਸ ਵਾਸਤੇ ਕੀਤਾ, ਕੀ ਉਸ ਜ਼ਿਲ੍ਹੇ ਦੀ ਤੁਸੀਂ ਜਾਣਕਾਰੀਆਂ ਲਿੱਤੀਆਂ, ਜਨਤਕ ਹੋਣੀਆਂ ਚਾਹੀਦੀਆਂ। ਔਰ ਅੰਮ੍ਰਿਤਸਰ 'ਚ ਕਿਉਂਕਿ ਮੈਡੀਕਲ ਕਾਲਜ ਹੈ ਔਰ ਇਸ ਵਿੱਚ ਕਰੋਨਾ ਮਹਾਮਾਰੀ ਵੀ ਚੱਲ ਰਹੀ ਹੈ, ਕੈਪਟਨ ਸਾਹਿਬ ਇਹ ਵੀ ਕਲੀਅਰ ਕਰਨ ਕਿ ਉਹਨਾਂ ਨੇ ਅੰਮ੍ਰਿਤਸਰ ਮੈਡੀਕਲ ਕਾਲਜ ਨੂੰ ਇਸ ਕਰੋਨਾ ਮਹਾਮਾਰੀ ਵਾਸਤੇ ਅੱਜ ਅੰਮ੍ਰਿਤਸਰ ਦੇ ਵਿਧਾਇਕਾਂ ਦੇ ਰਾਹੀਂ ਕਿੰਨਾ ਪੈਸਾ ਭੇਜਿਆ, ਕੀ ਡਿਵੈਲਪਮੈਂਟ ਦਾ ਉਹਨਾਂ ਨੇ ਖਾਕਾ ਖਿੱਚ ਕੇ ਭੇਜਿਆ, ਕੀ ਕਿੰਨੇ ਬੈੱਡਸ ਨਵੇਂ ਬਣਨਗੇ, ਕੀ ਉਹਨਾਂ ਨੇ ਸੋਚਿਆ, ਇਹ ਸਾਰੀ ਜਾਣਕਾਰੀ ਕੈਪਟਨ ਸਾਹਿਬ ਨੂੰ ਤੁਰੰਤ ਦੇਣੀ ਚਾਹੀਦੀ ਹੈ। ਐਵੇਂ ਲੰਚ ਡਿਪਲੋਮੈਸੀ ਜਾਂ ਇਹਦੀਆਂ ਮੀਟਿੰਗਾਂ ਦਾ ਕੋਈ ਫਾਇਦਾ ਨਹੀਂ ਜਿਨ੍ਹਾਂ ਮੀਟਿੰਗਾਂ ਦਾ ਰਿਜ਼ਲਟ ਸਰਕਾਰ ਦੇ ਹੱਥ 'ਚ ਨਾ ਹੋਵੇ, ਜਿਹੜੀਆਂ ਮੀਟਿੰਗਾਂ ਦੇ ਰਿਜ਼ਲਟ ਸਰਕਾਰ ਛਾਇਆ ਨਾ ਕਰ ਸਕੇ। ਇਹਦੇ 'ਚ ਮੇਰੀ ਬੇਨਤੀ ਹੈ ਕੇਵਲ ਮੀਟਿੰਗਾਂ ਦੀ ਫੋਟੋਆਂ ਨਹੀਂ, ਮੀਟਿੰਗਾਂ ਦੇ ਰਿਜ਼ਲਟ ਵੀ ਪੰਜਾਬ ਦਾ DPRO ਡਿਪਾਰਟਮੈਂਟ ਜਾਰੀ ਕਰ। ਕੈਪਟਨ ਸਾਹਿਬ ਕਹਿ ਰਹੇ ਕਿ ਮੈਂ ਅਗਲਾ ਮੁੱਖ ਮੰਤਰੀ ਬਣਨਾ 2022 'ਚ। ਜਾਖੜ ਸਾਹਿਬ ਕਹਿ ਰਹੇ ਕੈਪਟਨ ਸਾਹਿਬ ਸਾਡੇ 2022 ਦੇ ਵੀ ਕੈਪਟਨ ਹੋਣਗੇ। ਕੈਪਟਨ ਸਾਹਿਬ ਬੜੇ ਸੀਨੀਅਰ ਲੀਡਰ ਨੇ ਪੰਜਾਬ ਦੇ। ਮੇਰੀ ਉਹਨਾਂ ਅੱਗੇ ਬੇਨਤੀ ਹੈ, ਤੁਹਾਨੂੰ ਬੈਟਿੰਗ ਦਿੱਤੀ 2017 ਤੋਂ 2022 ਦੀ, ਇਸ ਵੇਲੇ ਦੀ ਪਾਰੀ ਤੇ ਖੇਲੋ। ਇਸ ਵੇਲੇ ਦੀ ਪਾਰੀ ਦਾ ਰਿਪੋਰਟ ਕਾਰਡ ਤੇ ਛਾਇਆ ਕਰੋ। ਹਾਲਾਤ ਐਵੇਂ ਕਿ ਪੰਜਾਬ ਦੇ ਅੰਦਰ ਜਿਹੜੀਆਂ ਸੜਕਾਂ 2016 'ਚ ਬਣੀਆਂ ਸੀ, ਜਿਹੜੀ ਡਿਵੈਲਪਮੈਂਟ 2016 'ਚ ਹੋਈ ਸੀ, ਜਿੱਥੇ ਹੋਈ ਸੀ ਉਨੀ ਹੋ ਰਹੀ, ਬਾਕੀ ਅਸੀਂ ਖਤਮ ਕਰ ਦਿੱਤੀ ਜਾਂ ਪੈਸਾ ਵਾਪਸ ਬੁਲਾ ਲਿਆ। ਪੰਜਾਬ ਦੀ ਜਨਤਾ
ਤੁਸੀਂ 2022 ਚ ਕੈਪਟਨ ਕਾਂਗਰਸ ਦੇ ਬਣੋਗੇ ਕਿ ਨਹੀਂ ਬਣੋਗੇ, ਇਹ ਕੈਪਟਨ ਸਾਹਿਬ ਤੁਹਾਡੀ ਪਾਰਟੀ ਦਾ ਫੈਸਲਾ ਹੋਣਾ ਹੈ। ਲੇਕਿਨ ਪੰਜਾਬ ਦੀ ਜਨਤਾ ਦੇ ਕੈਪਟਨ ਇਸ ਵੇਲੇ ਤੁਸੀਂ ਪੰਜਾਬ ਦੀ ਜਨਤਾ ਦੇ ਤਿਆਰ ਬੈਠੀ ਹੈ ਕਿ 2022 ਚ ਤੁਸੀਂ ਉਹਨਾਂ ਦੇ ਕੈਪਟਨ ਨਹੀਂ ਰਹਿਣ ਵਾਲੇ। ਜਿਹੜੀ ਪਾਰੀ ਮਿਲੀ ਉਸ ਪਾਰੀ ਨੂੰ ਤੇ ਖੇਲ ਕੇ ਦਿਖਾਓ। ਜਿਹੜਾ ਜਨਤਾ ਨੇ ਵਿਸ਼ਵਾਸ ਤੁਹਾਡੇ ਤੇ ਕੀਤਾ ਸੀ ਉਹ ਅੱਜ ਪੂਰਾ ਨਹੀਂ ਹੋ ਰਿਹਾ, ਵਾਅਦਾ ਖਿਲਾਫੀ ਹੈ। ਮੈਨੀਫੈਸਟੋ ਦਾ ਇੱਕ ਵੀ ਵਾਅਦਾ ਨਹੀਂ ਪੂਰਾ ਹੋ ਰਿਹਾ। ਔਰ ਜਾਖੜ ਸਾਹਿਬ ਘੋਸ਼ਣਾ ਕਰ ਰਹੇ, ਕਦੀ ਕੈਪਟਨ ਸਾਹਿਬ ਕਹਿ ਰਹੇ ਮੈਂ ਕੈਪਟਨ ਹੋਵਾਂਗਾ, ਜਾਖੜ ਸਾਹਿਬ ਕਹਿ ਰਹੇ 2022 ਦੇ ਕੈਪਟਨ ਉਹ ਹੋਣਗੇ। ਉਹ ਕਹਿੰਦੇ ਨਾ ਰਿਓੜੀਆਂ ਵੰਡੇ ਮੁੜ ਆਪਣਿਆਂ ਨੂੰ ਦੇਵੇ। ਇਹ ਰਿਓੜੀਆਂ ਨਾ ਵੰਡੋ, ਪੰਜਾਬ ਦੀ ਜਨਤਾ ਦਾ ਭਲਾ। ਲੁਧਿਆਣਾ 'ਚ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ। ਇਸ ਐਕਸੀਡੈਂਟ 'ਚ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਦੇਖਦੇ ਹਾਂ ਖਾਸ ਰਿਪੋਰਟ ਦੇ ਵਿੱਚ। ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ 'ਚ ਫਾਜ਼ਿਲਕਾ ਤੋਂ ਕਾਂਗਰਸੀ ਆਗੂ ਦਵਿੰਦਰ ਸਿੰਘ ਘੁਬਾਇਆ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਹੈ, ਜਿਸ ਕਾਰਨ ਇੱਕ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੀ ਫੋਰਚੂਨਰ ਗੱਡੀ ਓਵਰ ਸਪੀਡ ਸੀ। ਜਦੋਂ ਗੱਡੀ ਮੁੰਡੀਆਂ ਕਲਾਂ ਚੰਡੀਗੜ੍ਹ ਰੋਡ ਲੁਧਿਆਣਾ ਤੇ ਪਹੁੰਚੀ ਤਾਂ ਇਹ ਹਾਦਸਾ ਵਾਪਰਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੌਰਾਨ ਦਵਿੰਦਰ ਸਿੰਘ ਘੁਬਾਇਆ ਦਾ ਡਰਾਈਵਰ ਗੱਡੀ ਚਲਾ ਰਿਹਾ ਸੀ ਤੇ ਚੰਡੀਗੜ੍ਹ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ ਲੈਣ ਜਾ ਰਿਹਾ ਸੀ। ਇਹ ਮੁੰਡਿਆਂ ਜੀ ਇੱਕ ਆਪਣੇ ਕਾਰ ਗੱਡੀ ਆ ਇੱਕ ਜਿਹੜੀ ਸਮਰਾਲਾ ਚੌਂਕ ਤੋਂ ਜਾ ਰਹੀ ਸੀ ਚੰਡੀਗੜ੍ਹ ਨੂੰ, ਫਾਰਚੂਨਰ ਕਾਰ ਸੀਗੀ ਤੇ ਉਹ ਸਮਰਾਲਾ ਚੌਂਕ ਤੋਂ ਜਾ ਰਹੇ ਸੀਗੇ ਚੰਡੀਗੜ੍ਹ ਨੂੰ। ਜਦੋਂ ਕਿ ਮੁੰਡਿਆਂ ਕੋਲ ਚੌਂਕ ਦੇ ਕੋਲ ਪੁੱਜੇ ਤਾਂ ਇੱਕ ਮੋਟਰਸਾਈਕਲ ਸਵਾਰ ਜਿਹੜਾ ਰਵੀ ਨਾਂ ਦਾ ਉਹ ਕੱਟ ਤੋਂ ਮੁੜਿਆ ਤੇ ਗੱਡੀ ਉਹਦੇ ਵਿੱਚ ਵੱਜੀ ਤੇ ਗੱਡੀ ਦਾ ਵੀ ਕਾਫੀ ਨੁਕਸਾਨ ਹੋਇਆ। ਉਸ ਤੋਂ ਬਾਅਦ ਮੌਕੇ ਦੇ ਬੰਦੇ ਦੇ ਮਤਲਬ ਥੋੜ੍ਹਾ ਜਿਹਾ ਸਾਹ ਚੱਲ ਰਹੇ ਸੀਗੇ ਤੇ ਉਹਨੂੰ ਫਿਰ ਜਾ ਕੇ ਮੈਂ ਮੌਕੇ ਤੇ ਗਿਆ। ਮੌਕੇ ਤੇ ਜਾ ਕੇ ਅਸੀਂ ਉਹਨੂੰ ਹਸਪਤਾਲ ਲੈ ਗਏ ਤੇ ਉੱਥੇ ਡਾਕਟਰਾਂ ਨੇ ਉਹਨੂੰ ਮਿੱਤਰ ਕਰਾਰ ਦਿੱਤਾ। ਬੰਦਾ ਕੌਣ ਸੀਗਾ ਜੀ ਰਹਿਣ ਵਾਲਾ? ਇਹ ਰਵੀ ਕੁਮਾਰ ਆ ਮੁੰਡਾ, ਇੱਥੇ ਮੀਟ ਦੀ ਦੁਕਾਨ ਕਰਦਾ 33 ਫੁੱਟਾ ਰੋਡ ਤੇ। ਅੱਛਾ ਬੰਦਾ ਸੀ, ਵਧੀਆ ਬੰਦਾ। ਕਿਸ ਟਾਈਮ ਦੀ ਗੱਲ ਹੈ? ਇਹ ਰਾਤ 11 ਵਜੇ ਦੀ ਗੱਲ ਹੈ ਜੀ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਮਿਲਦੇ ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ। This show is sponsored by Ashoka Tandoori Range. Enjoy the Indian taste. This show is sponsored by Ashoka Tandoori Range. Enjoy the Indian taste. ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਲਾਕਡਾਊਨ 'ਚ ਢਿੱਲ ਦੇਣ ਤੇ ਧਾਰਮਿਕ ਥਾਵਾਂ ਖੋਲ੍ਹਣ ਦੇ ਆਦੇਸ਼ ਤਾਂ ਦੇ ਦਿੱਤੇ ਗਏ, ਪਰ ਧਾਰਮਿਕ ਥਾਵਾਂ ਤੇ ਲੰਗਰ ਤੇ ਕੜਾਹ ਪ੍ਰਸ਼ਾਦ ਵੰਡਣ ਤੇ ਵੀ ਰੋਕ ਲਗਾਈ ਗਈ, ਜਿਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਰਾਜ਼ ਜਤਾਇਆ ਹੈ। ਇਸ ਇਤਰਾਜ਼ ਤੇ ਕੀ ਹੈ ਗੁਰੂ ਘਰਾਂ 'ਚ ਸੇਵਾ ਨਿਭਾ ਰਹੇ ਸਿੰਘਾਂ ਦੀ ਪ੍ਰਤੀਕਿਰਿਆ, ਜਾਣਦੇ ਇਸ ਖਾਸ ਰਿਪੋਰਟ ਦੇ ਵਿੱਚ। ਸਾਂਝਾ ਟੀਵੀ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਤਵਿੰਦਰ ਰੰਧਾਵਾ। ਕਰੋਨਾ ਵਾਇਰਸ ਲਗਾਤਾਰ ਵਿਸ਼ਵ ਭਰ ਦੇ ਵਿੱਚ ਫੈਲਦਾ ਹੀ ਜਾ ਰਿਹਾ ਤੇ ਇਸ ਕਰੋਨਾ ਵਾਇਰਸ ਦਰਮਿਆਨ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ। ਨਿਰਦੇਸ਼ ਕੀ ਜਾਰੀ ਕਰ ਦਿੱਤੇ ਗਏ ਨੇ ਉਹ ਤੁਹਾਨੂੰ ਦੱਸਣ ਲੱਗਾ। ਪੰਜਾਬ ਸਰਕਾਰ ਵੱਲੋਂ ਲਾਕਡਾਊਨ 5.0 ਉਹ ਸ਼ੁਰੂ ਕਰ ਦਿੱਤਾ ਗਿਆ ਹੈ, ਜਦ ਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਅਨਲੌਕ 1 ਫੇਜ਼ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਇਸ ਦਰਮਿਆਨ ਜਿੰਨੇ ਵੀ ਧਾਰਮਿਕ ਸਥਲ ਨੇ ਉਹ ਖੋਲ੍ਹ ਦਿੱਤੇ ਜਾਣਗੇ ਤੇ ਖੋਲ੍ਹ ਵੀ ਦਿੱਤੇ ਗਏ ਨੇ। ਇਸ ਵੇਲੇ ਅਸੀਂ ਖੜੇ ਹਾਂ ਗੁਰਦੁਆਰਾ ਅੰਬ ਸਾਹਿਬ ਵਿਖੇ ਤੇ ਇਹਨਾਂ ਆਦੇਸ਼ਾਂ ਦੇ ਵਿੱਚ, ਨਿਰਦੇਸ਼ਾਂ ਦੇ ਵਿੱਚ ਕੁਝ ਅਜਿਹੀਆਂ ਗੱਲਾਂ ਨੇ ਜਿੱਦਾਂ ਕਿ ਗੁਰੂ ਘਰਾਂ ਦੇ ਵਿੱਚ ਕੜਾਹ ਪ੍ਰਸ਼ਾਦ ਤੇ ਲੰਗਰ ਦੀ ਜਿਹੜੀ ਸੇਵਾ ਉਸ ਨੂੰ ਬੰਦ ਕਰਨਾ ਪਵੇਗਾ ਤੇ ਗੁਰੂ ਘਰਾਂ ਦੇ ਵਿੱਚ ਮਾਸਕ, ਸੈਨੀਟਾਈਜ਼ਰ ਜਿਹੜੇ ਨੇ ਉਹ ਲਾਜ਼ਮੀ ਨੇ। ਪਰ ਇਸ ਸਭ ਦੇ ਉਲਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਸਾਰੇ ਆਦੇਸ਼ਾਂ ਦੇ ਉੱਤੇ ਜਿਹੜਾ ਇਤਰਾਜ਼ ਜਤਾਇਆ ਗਿਆ ਤੇ ਅਸੀਂ ਹੁਣ ਅੰਦਰ ਜਾ ਕੇ ਸੰਗਤਾਂ ਤੇ ਗ੍ਰੰਥੀ ਸਿੰਘਾਂ ਤੋਂ ਹੀ ਪੁੱਛਦੇ ਹਾਂ ਤੇ ਉਹਨਾਂ ਦਾ ਕੀ ਵਿਚਾਰ ਹੈ। ਆਓ ਗੱਲਬਾਤ ਕਰਦੇ ਹਾਂ ਉਹਨਾਂ ਨਾਲ।
ਇਸ ਵੇਲੇ ਸਾਡੇ ਨਾਲ ਮੌਜੂਦ ਨੇ ਜੀ ਆਮ ਸਾਹਿਬ ਗੁਰਦੁਆਰਾ ਦੇ ਗ੍ਰੰਥੀ ਸਿੰਘ ਸੁਖਦੇਵ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਜੀ, ਜਿਹੜੀ ਸੋਸ਼ਲ ਡਿਸਟੈਂਸਿੰਗ ਹੈ, ਮਾਸਕ ਨੂੰ ਲੈ ਕੇ ਗੁਰਦੁਆਰਾ ਦੇ ਵਿੱਚ ਕੀ ਕੁਝ ਖਾਸ ਪ੍ਰਬੰਧ ਕੀਤੇ ਗਏ ਨੇ? ਇਹ ਜੋ ਨਵੇਂ ਹਦਾਇਤਾਂ ਹੋਈਆਂ ਨੇ ਸਰਕਾਰ ਵੱਲੋਂ, ਸੈਂਟਰ ਸਰਕਾਰ ਵੱਲੋਂ, ਉਹਨਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਤੇ ਬਕਾਇਦਾ ਇੱਕ ਲਿਸਟ ਲਗਾਈ ਹੈ, ਮਾਟੋ ਵੀ ਲਾਇਆ ਗਿਆ, ਉੱਥੇ ਬੈਨਰ ਵੀ ਲਗਾਇਆ ਗਿਆ, ਉਸ ਤੇ ਲਿਖਿਆ ਹੋਇਆ ਵੀ ਇਸ ਤਰ੍ਹਾਂ ਆਪਾਂ ਮੱਥਾ ਟੇਕਣਾ, ਇਸ ਤਰ੍ਹਾਂ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਣਾ, ਵਖਵੇ ਨਾਲ ਬੈਠਣਾ ਹੈ। ਜੋ ਲੰਗਰ ਪ੍ਰਥਾ ਹੈ, ਕੜਾਹ ਪ੍ਰਸ਼ਾਦ ਦੀ ਦੇਗ ਹੈ, ਉਹ ਆਪਾਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵੀ ਬੰਦ ਕਰ ਦੇਣੀ ਚਾਹੀਦੀ, ਉਹ ਬੰਦ ਨਹੀਂ ਕਰ ਦਿੱਤੀ ਗਈ, ਉਹ ਰੂਟੀਨ 'ਚ ਚੱਲ ਰਿਹਾ। ਲੰਗਰ ਵੀ ਛਕ ਰਹੀ ਸੰਗਤ ਡਿਸਟੈਂਸ ਦੇ ਨਾਲ, ਤੇ ਪ੍ਰਸ਼ਾਦ, ਕੜਾਹ ਪ੍ਰਸ਼ਾਦ ਜਿਹੜਾ ਸ਼ਰਧਾ ਦੇ ਨਾਲ ਲੋਕ ਕਰਾਉਂਦੇ ਨੇ, ਅਰਦਾਸ ਬੇਨਤੀ, ਉਹ ਵੀ ਚੱਲ ਰਿਹਾ ਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ। ਬਾਕੀ ਸੈਨੀਟਾਈਜ਼ਰ ਰੱਖਿਆ ਹੋਇਆ ਹੈ, ਸੇਵਾਦਾਰ ਨੂੰ ਹਦਾਇਤ ਕੀਤੀ ਹੋਈ ਹੈ ਜਿਹੜਾ ਉੱਥੇ ਬਰਸ਼ੇ 'ਤੇ ਖੜਾ ਹੈ ਵੀ ਜਿੰਨੀ ਵੀ ਸੰਗਤ ਆਉਂਦੀ ਉਹਨਾਂ ਨੂੰ ਬੜੇ ਪ੍ਰੇਮ ਦੇ ਨਾਲ ਸਮਝਾਇਆ ਜਾਵੇ ਵੀ ਹੱਥ ਸੈਨੀਟਾਈਜ਼ਰ ਕਰਕੇ ਫਿਰ ਜਾਣਾ, ਤੇ ਮੂੰਹ 'ਤੇ ਰੁਮਾਲ ਬਣ ਕੇ ਵੀ ਆਪਾਂ ਜਾ ਸਕਦੇ ਹਾਂ, ਪਰ ਆਪਾਂ ਕਿਸੇ ਨੂੰ ਕੰਪੈਲ ਨਹੀਂ ਕਰ ਸਕਦੇ, ਕਿਉਂ ਸ਼ਰਧਾ ਇੱਕ ਵੱਖਰੀ ਚੀਜ਼ ਹੈ, ਕਾਨੂੰਨ ਇੱਕ ਵੱਖਰੀ ਚੀਜ਼ ਹੈ। ਇਹਨਾਂ ਦੋਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਖਾਲਸਾ ਜੀ, ਕੇਂਦਰ ਸਰਕਾਰ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਗੁਰਦੁਆਰੇ ਜਿੰਨੇ ਵੀ ਨੇ ਉਹਨਾਂ ਦੇ ਵਿੱਚ ਕੜਾਹ ਪ੍ਰਸ਼ਾਦ ਤੇ ਲੰਗਰ ਪ੍ਰਥਾ ਜਿਹੜੀ ਉਸ ਦੇ ਉੱਤੇ ਕੁਝ ਕੁ ਸਮੇਂ ਲਈ ਰੋਕ ਲਗਾ ਦਿੱਤੀ ਜਾਵੇ, ਕਿਉਂਕਿ ਜਿਹੜੇ ਕਰੋਨਾ ਵਾਇਰਸ ਦੇ ਕੇਸਿਸ ਲਗਾਤਾਰ ਵੱਧਦੇ ਜਾ ਰਹੇ ਨੇ, ਜਿਸ ਤੇ ਐਸਜੀਪੀਸੀ ਨੇ ਇਤਰਾਜ਼ ਵੀ ਜਤਾਇਆ। ਉਹਨਾਂ ਦਾ ਕਹਿਣਾ ਹੈ ਕਿ ਮਾਸਕ ਦੇ ਉੱਤੇ ਵੀ ਇਤਰਾਜ਼ ਜਤਾਇਆ ਗਿਆ ਤੇ ਜਿਹੜੀ ਲੰਗਰ ਪ੍ਰਥਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਗੁਰਦੁਆਰਿਆਂ ਇਹਨਾਂ ਦੀ ਪ੍ਰਥਾ ਚੱਲਦੀ ਆਈ ਹੈ, ਇਹਨੂੰ ਅਸੀਂ ਰੋਕ ਨਹੀਂ ਸਕਦੇ। ਤੁਹਾਡਾ ਕੀ ਵਿਚਾਰ ਹੈ, ਕਿਵੇਂ ਦੇਖਦੇ ਹੋ ਇਸ ਗੱਲ ਨੂੰ? ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਰਾਜ਼ ਜਤਾਇਆ ਗਿਆ ਉਹਦੇ ਨਾਲ ਪੂਰੀ ਤਰ੍ਹਾਂ ਅਸੀਂ ਸਹਿਮਤ ਹਾਂ, ਕਿਉਂਕਿ ਗੁਰੂ ਘਰ ਦੇ ਲੰਗਰ ਨਹੀਂ ਬੰਦ ਹੋ ਜਾ ਸਕਦੇ। ਕਿੰਨਾ ਮਾਹੌਲ ਖਰਾਬ ਰਿਹਾ, ਫਿਰ ਵੀ ਲੰਗਰ ਛਕਾਇਆ ਜਾ ਰਿਹਾ ਸੀ ਸੰਗਤਾਂ ਨੂੰ, ਬਾਹਰ ਜਾ ਕੇ ਵੀ ਝੁੱਗੀ ਝੌਂਪੜੀ ਵਾਲਿਆਂ ਨੂੰ ਛਕਾ ਰਿਹਾ ਸੀ। ਤੇ ਕੜਾਹ ਪ੍ਰਸ਼ਾਦੀ ਦੇਗ ਜੋ ਪ੍ਰਥਾ ਚੱਲਦੀ ਆ ਰਹੀ, ਆਪਾਂ ਉਸ ਨੂੰ ਬੰਦ ਨਹੀਂ ਕਰ ਸਕਦੇ, ਠੀਕ ਹੈ। ਤੇ ਬਾਕੀ ਜੋ ਚੀਜ਼ ਹਦਾਇਤਾਂ ਨੇ ਉਹਨਾਂ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਤੇ ਕੋਈ ਐਸੀ ਗੱਲ ਨਹੀਂ ਕਿ ਗੁਰੂ ਘਰ ਦੇ ਵਿੱਚ ਆ ਗਿਆ ਉਹਨੂੰ ਕਰੋਨਾ ਨਾਮ ਦੀ ਬਿਮਾਰੀ ਤੋਂ ਛੇਤੀ ਕਿਨਾਂ ਨਹੀਂ ਕੋਈ ਹੋ ਸਕਦਾ। ਤੇ ਸੰਗਤਾਂ ਵੱਲੋਂ ਕੀ ਕੁਝ ਸਾਥ ਦਿੱਤਾ ਜਾ ਰਿਹਾ, ਜਿਹੜੀ ਕਮੇਟੀ ਹੈ ਉਹਦਾ? ਸੰਗਤਾਂ ਵੀ ਪੂਰਾ ਸਹਿਯੋਗ ਦੇ ਰਹੀਆਂ ਨੇ, ਜਿਸ ਤਰ੍ਹਾਂ ਕਿ ਹਦਾਇਤਾਂ ਆਪਾਂ ਲਿਖੀਆਂ ਹੋਈਆਂ ਨੇ ਉਹਨਾਂ ਨੂੰ ਫੋਲੋ ਕਰ ਰਹੀਆਂ ਨੇ, ਪੂਰਾ ਸਹਿਯੋਗ ਦਿੱਤਾ ਜਾ ਰਿਹਾ ਸੰਗਤਾਂ ਵੱਲੋਂ। ਤੇ ਸੰਗਤਾਂ ਦਾ ਕੀ ਕੁਝ, ਕਿਉਂਕਿ 8 ਤਰੀਕ ਤੋਂ ਇਹ ਜਿਹੜੀ ਸਰਕਾਰ ਉਸ ਵੱਲੋਂ ਆਦੇਸ਼ ਆ ਗਏ ਸੀ, ਨਿਰਦੇਸ਼ ਦਿੱਤੇ ਜਾ ਚੁੱਕੇ ਸੀਗੇ ਕਿ 8 ਤਰੀਕ ਤੋਂ ਢਿੱਲ ਦਿੱਤੀ ਗਈ ਹੈ ਲੋਕਡਾਊਨ ਦੇ ਵਿੱਚ, ਜਿਸ ਦੇ ਬਾਅਦ ਗੁਰਦੁਆਰੇ ਜਿਹੜੇ ਹੈਗੇ ਨੇ, ਜਿੰਨੇ ਵੀ ਧਾਰਮਿਕ ਸਥਾਨ ਨੇ ਉੱਥੇ ਆਵਾਜਾਈ ਤੁਸੀਂ ਕਰ ਸਕਦੇ ਹੋ, ਤੁਸੀਂ ਮੱਥਾ ਟੇਕ ਸਕਦੇ ਹੋ ਆਪਣੀ ਸ਼ਰਧਾ ਅਨੁਸਾਰ। ਤੇ ਕੀ ਕੁਝ ਲੱਗ ਰਿਹਾ, ਕੀ ਕੁਝ ਹੁੰਗਾਰਾ ਮਿਲ ਰਿਹਾ ਜਿਹੜੇ ਸੰਗਤਾਂ ਨੇ ਉਹਨਾਂ ਵੱਲੋਂ? ਦੇਖੋ, ਜੋ ਸ਼ਰਧਾ ਰੱਖਦੀਆਂ ਨੇ ਗੁਰੂ ਸਾਹਿਬ ਦਾ, ਆਸਥਾ ਰੱਖਦੀਆਂ ਨੇ ਸੰਗਤਾਂ, ਉਹ ਤਾਂ ਰੂਟੀਨ 'ਚ ਆ ਹੀ ਰਹੀਆਂ ਨੇ। ਮਤਲਬ ਜਿਸ ਦਿਨ ਦਾ 8 ਤਰੀਕ ਤੋਂ, ਜਿਸ ਤਰ੍ਹਾਂ ਇਹਨਾਂ ਨੇ ਸੈਂਟਰ ਗੌਰਮੈਂਟ ਨੇ ਹਦਾਇਤ ਕੀਤੀ ਵੀ ਗੁਰੂ ਘਰ ਖੋਲ੍ਹੇ ਗਏ ਨੇ, ਤੇ ਥੋੜ੍ਹਾ ਜਿਹਾ ਸੰਗਤ ਦਾ ਰੁਝਾਨ ਵਧਿਆ। ਪਹਿਲਾਂ ਸੰਗਤ ਘੱਟ ਆ ਰਹੀ ਸੀ, ਹੁਣ ਉਹ ਖੁੱਲ੍ਹਣ ਦੇ ਨਾਲ ਹੀ ਸੰਗਤਾਂ ਦਾ ਜੋ ਰੌਣਕ ਹੈ ਵੱਧ ਰਹੀ ਹੈ। ਇਹ ਸਨ ਗ੍ਰੰਥੀ ਸਿੰਘ ਸੁਖਦੇਵ ਜੀ, ਜਿਨ੍ਹਾਂ ਨੇ ਦੱਸਿਆ ਕਿ ਗੁਰੂ ਘਰ ਦੇ ਵਿੱਚ ਕੋਈ ਵੀ ਸੰਗਤ ਆਉਂਦੀ ਹੈ ਉਸ ਦਾ ਚੈੱਕਅਪ ਕੀਤਾ ਜਾਂਦਾ ਹੈ ਬਕਾਇਦਾ। ਉਸ ਨੂੰ ਕੰਪੈਲ ਨਹੀਂ ਕਰ ਸਕਦੇ, ਕਿਸੇ ਸੰਗਤ ਨੂੰ ਕੰਪੈਲ ਨਹੀਂ ਕਰ ਸਕਦੇ, ਪਰ ਜਿਹੜੀ ਸੋਸ਼ਲ ਡਿਸਟੈਂਸਿੰਗ ਹੈ ਤੇ ਜਿਹੜਾ ਸੈਨੀਟਾਈਜ਼ਿੰਗ, ਜਿਹੜਾ ਸਾਫ਼ ਸਫਾਈ ਹੈ, ਉਸ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਤੇ ਸੰਗਤ ਵੱਲੋਂ ਵੀ ਕਾਫੀ ਰੁਝਾਨ, ਕਾਫੀ ਸਾਥ ਮਿਲ ਰਿਹਾ ਸੇਵਾਦਾਰਾਂ ਨੂੰ ਤੇ ਬੈਨਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਰੋਨਾ ਵਾਇਰਸ ਤੋਂ ਬਚਾਅ ਦੇ ਲਈ। ਗੁਰਦੁਆਰਾ ਸਾਹਿਬ ਦੇ ਵਿੱਚ ਖਾਸ ਧਿਆਨ ਰੱਖਿਆ ਜਾ ਰਿਹਾ, ਸਾਫ਼ ਸਫਾਈ ਕੀਤੀ ਜਾ ਰਹੀ ਹੈ ਸੰਗਤਾਂ ਦੇ ਲਈ। ਸੇਵਾਦਾਰ ਜਿਹੜੇ ਨੇ ਪੂਰੀ ਤਨਦੇਹੀ ਦੇ ਨਾਲ ਆਪਣੀ ਸੇਵਾ ਨਿਭਾ ਰਹੇ ਨੇ। ਗੁਰਦੁਆਰਾ ਅੰਬ ਸਾਹਿਬ ਖੜੇ ਹਾਂ ਇਸ ਵੇਲੇ ਅਸੀਂ, ਤੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਸਾਫ਼ ਸਫਾਈ ਕੀਤੀ ਜਾ ਰਹੀ ਹੈ ਤਾਂ ਕਿ ਜਿਹੜਾ ਕਿਸੇ ਵੀ ਤਰ੍ਹਾਂ ਦਾ ਕੀਟਾਣੂ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਵਾਇਰਸ ਹੈ, ਉਹ ਖਤਮ ਕਰ ਦਿੱਤਾ ਜਾਵੇ। ਇਸ ਲਈ ਬਹੁਤ ਇਹਤਿਆਤ ਵਰਤੇ ਜਾ ਰਹੇ ਨੇ, ਬਹੁਤ ਸਾਵਧਾਨੀ ਦੇ ਨਾਲ ਸਾਰਾ ਕੰਮ ਕੀਤਾ ਜਾ ਰਿਹਾ, ਸਾਫ਼ ਸਫਾਈ ਕੀਤੀ ਜਾ ਰਹੀ ਹੈ। ਅਸੀਂ ਗੱਲਬਾਤ ਵੀ ਕਰਾਂਗੇ ਇਹਨਾਂ ਨਾਲ। ਖਾਲਸਾ ਜੀ, ਕੀ ਨਾਮ ਜੀ ਤੁਹਾਡਾ? ਵੀਰ ਜੀ, ਵਾਹਿਗੁਰੂ ਖਾਲਸਾ ਜੀ ਫਤਿਹ ਜੀ। ਨਾਮ ਅਮਨਦੀਪ ਸਿੰਘ ਹੈ ਜੀ। ਸਿੰਘ ਸਾਹਿਬ, ਜਿਹੜੀ ਸੇਵਾ, ਇਹ ਸੇਵਾ ਤੁਸੀਂ ਕਦ ਤੋਂ ਕਰਦੇ ਆ ਰਹੇ ਹੋ ਸਾਫ਼ ਸਫਾਈ ਦੀ? ਮਹਾਰਾਜ ਕਰਵਾ ਲੈਂਦੇ, ਰੋਜ਼ ਕਰਾ ਲੈਂਦੇ ਜੀ। ਤੇ ਜਿਹੜੀ ਸੰਗਤਾਂ ਨੇ, ਸੰਗਤਾਂ ਦਾ ਕੀ ਕੁਝ ਰੁਝਾਨ ਵੇਖਣ ਨੂੰ ਮਿਲ ਰਿਹਾ, ਕਿਉਂਕਿ ਜਦ ਤੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਗੁਰਦੁਆਰਾ ਸਾਹਿਬਾਂ ਤੇ ਜਿਹੜੇ ਵੀ ਧਾਰਮਿਕ ਸਥਲ ਆ ਉੱਥੇ ਜਾ ਕੇ ਤੁਸੀਂ ਸ਼ਰਧਾ ਅਨੁਸਾਰ ਮੱਥਾ ਟੇਕ ਸਕਦੇ ਹੋ, ਸੰਗਤਾਂ ਵੱਲੋਂ ਕੀ ਕੁਝ ਰੁਝਾਨ? ਹਾਂਜੀ, ਸੰਗਤ ਦੀ ਗਿਣਤੀ ਘਟੀ ਹੈ ਜੀ ਥੋੜ੍ਹੀ ਜੀ, ਪਰ ਜਿਹੜੀ ਰੋਜ਼ ਦੀ ਸੰਗਤ ਉਹ ਜੀ ਆਉਂਦੀ ਹੈ ਜੀ। ਵੀਰ ਜੀ, ਲੰਗਰ ਛਕਣ ਉਹੀ ਆਏਗਾ ਜੀ ਜਿਹਨੂੰ ਬਹੁਤ ਲੋੜ ਹੈ ਜੀ। ਇੱਥੇ ਜਿਹੜੇ ਪ੍ਰਵਾਸੀ ਨੇ ਜੀ, ਜ਼ਿਆਦਾਤਰ ਉਹੀ ਲੰਗਰ ਛਕਣ ਆਉਂਦੇ ਜੀ। ਬਾਕੀ ਤਾਂ ਸਾਰੇ ਆਪਣੇ ਘਰਾਂ 'ਚ ਹੀ ਅੱਜ ਕੱਲ੍ਹ ਬਣਾ ਕੇ ਛਕ ਰਹੇ ਆ। ਮਤਲਬ ਉੱਦਾਂ ਦਾ ਜਿਹੜਾ ਜਿੱਦਾਂ ਦਿਨ ਤਿਉਹਾਰ 'ਤੇ ਕੋਈ ਲੰਗਰ ਬਣਦਾ ਸੀ, ਉੱਦਾਂ ਦਾ ਉਹ ਹੈ ਨਹੀਂ ਹੁਣ ਕੋਈ। ਰੋਜ਼ਮर्रा ਜਿਹਨੇ ਮਤਲਬ ਆਪਣਾ ਵਿਆਹ ਕਰਨਾ,
ਮਜ਼ਦੂਰ ਹੋ ਗਏ ਜਿਹੜੇ, ਉਹ ਵਿਚਾਰੇ ਆਪਣੇ ਲੰਗਰ ਛਕਣ ਆਉਂਦੇ ਜੀ ਗੁਰਦੁਆਰੇ। ਹਾਂਜੀ, ਤੇ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਲੋੜਵੰਦ ਹੀ ਆਉਂਦਾ ਜੀ ਇੱਥੇ, ਮਤਲਬ ਇੱਦਾਂ ਕੋਈ ਸ਼ੌਂਕੀ ਹੋਈ ਨਹੀਂ ਜਾਂਦਾ, ਸ਼ੌਕੀਨ ਮਤਲਬ ਕੋਈ ਜਿੱਦਾਂ ਸ਼ੌਂਕੀ ਜਿੱਦਾਂ ਕਹਿੰਦੇ ਵੀ ਅੱਜ ਚਲੋ ਲੰਗਰ ਛਕ ਲਈਏ ਗੁਰੂ ਘਰ ਦਾ ਜੀ, ਉੱਦਾਂ ਦਾ ਕੋਈ ਨਹੀਂ ਆਉਂਦਾ। ਜਿਹੜਾ ਮਜਬੂਰੀ 'ਚ ਹੈ ਵਿਚਾਰਾ, ਜਿਹਦੇ ਘਰ ਰੋਟੀ ਨਹੀਂ ਪੱਕੀ ਅੱਜ, ਉਹੀ ਲੰਗਰ ਛਕਣ ਆਉਂਦਾ ਜੀ, ਜਿਹੜੇ ਫਸੇ ਹੋਇਆ। ਹਾਂਜੀ, ਤੁਸੀਂ ਦੇਖ ਸਕਦੇ ਹੋ ਜੋ ਇੱਥੇ ਸੇਵਾ ਕਰਾ ਰਹੇ ਨੇ, ਸਾਫ਼ ਸਫਾਈ ਦਾ ਖਾਸ ਧਿਆਨ ਰੱਖ ਰਹੇ ਨੇ, ਇਹਤਿਆਤ ਵਰਤਾ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਕੋਈ ਲੋੜਵੰਦ ਜਿਹੜਾ ਗਰੀਬ ਗੁਰਬਾ ਹੋਏਗਾ ਉਹੀ ਗੁਰੂ ਘਰਾਂ ਦੇ ਵਿੱਚ ਇਸ ਵੇਲੇ ਲੰਗਰ ਛਕਣ ਆ ਰਿਹਾ ਹੈ, ਤੇ ਜੋ ਲੰਗਰ ਪ੍ਰਥਾ ਹੈ ਇਸ ਨੂੰ ਚਲਾਈ ਰੱਖਣਾ ਚਾਹੀਦਾ ਹੈ। ਇੱਥੇ ਸਾਡੇ ਨਾਲ ਗ੍ਰੰਥੀ ਸਿੰਘ ਹੋਰ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗ੍ਰੰਥੀ ਸਿੰਘ ਜੀ, ਇੱਕ ਸਰਕਾਰ ਵੱਲੋਂ ਆਦੇਸ਼ ਜਾਰੀ ਕੀਤੇ ਗਏ ਨੇ ਕਿ ਜਿੰਨੇ ਵੀ ਧਾਰਮਿਕ ਸਥਲ ਹੈ ਉਹ ਖੋਲ੍ਹ ਦਿੱਤੇ ਗਏ ਨੇ, ਸੰਗਤ ਜਿਹੜੀ ਮੱਥਾ ਟੇਕ ਸਕਦੀ ਹੈ, ਪਰ ਕਿਤੇ ਨਾ ਕਿਤੇ ਇਹਨਾਂ ਜਿੰਨੇ ਵੀ ਹੁਕਮ ਨੇ ਐਸਜੀਪੀਸੀ ਵਿਰੋਧ ਕਰ ਰਿਹਾ, ਇਤਰਾਜ਼ ਜਤਾ ਰਿਹਾ ਕਿ ਗੁਰੂ ਘਰਾਂ ਦੇ ਵਿੱਚ ਮਾਸਕ ਲਾਜ਼ਮੀ ਨਹੀਂ ਹੋਣਾ ਚਾਹੀਦਾ ਤੇ ਕੜਾਹ ਪ੍ਰਸ਼ਾਦ ਤੇ ਲੰਗਰ ਉਹ ਵਰਤਾਇਆ ਜਾਣਾ ਚਾਹੀਦਾ, ਉਸ ਦੇ ਉੱਤੇ ਰੋਕ ਨਹੀਂ ਹੋਣੀ ਚਾਹੀਦੀ। ਕਿਵੇਂ ਦੇਖਦੇ ਹੋ ਇਸ ਨੂੰ? ਬੇਨਤੀ ਹੈ ਕਿ ਇੱਕ ਗੁਰੂ ਘਰ ਦੀ ਮਰਿਆਦਾ ਜੋ ਸਿਸਟਮ ਹੈ, ਉਸ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਹੀ ਇਹ ਵਿਚਾਰਾਂ ਦੀ ਸਾਂਝ ਕੀਤੀ ਜਾ ਰਹੀ ਹੈ। ਕੜਾਹ ਪ੍ਰਸ਼ਾਦ ਦੀ ਮਰਿਆਦਾ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਚੱਲੀ ਹੈ, ਤੇ ਸੰਗਤ ਦੇ ਵਿੱਚ ਤੇ ਪੰਗਤ ਦੇ ਵਿੱਚ ਜੋ ਸਿਸਟਮ ਹੈ ਉਸ ਤੋਂ ਉਲਟ ਨਹੀਂ ਚੱਲਣਾ ਚਾਹੀਦਾ। ਬਾਕੀ ਸਾਰੇ ਜਿਹੜੇ ਸਰਕਾਰ ਦੇ ਕਾਨੂੰਨ ਨੇ ਉਹਦੀ ਪਾਲਣਾ ਕਰਨੀ ਚਾਹੀਦੀ, ਡਿਸਟੈਂਸ ਰੱਖਣਾ ਚਾਹੀਦਾ ਹੈ, ਹੱਥਾਂ ਦੀ ਸਫਾਈ ਰੱਖਣੀ ਚਾਹੀਦੀ ਹੈ। ਬਕਾਇਦਾ ਇਹ ਸਾਰੇ ਸਿਸਟਮ ਨੂੰ ਮੁੱਖ ਰੱਖਦੇ ਹੋਏ ਸੰਗਤ ਇੱਥੇ ਆ ਰਹੀ ਹੈ, ਤੇ ਸੰਗਤ ਨੂੰ ਇਸ ਪ੍ਰਤੀ ਸੁਚੇਤ ਵੀ ਕੀਤਾ ਜਾ ਰਿਹਾ ਹੈ, ਤੇ ਨਾਲ ਨਾਲ ਗੁਰੂ ਘਰ ਦੀ ਮਰਿਆਦਾ ਨੂੰ ਵੀ ਮੁੱਖ ਰੱਖਦੇ ਹੋਏ ਅਸੀਂ ਜੋ ਗੁਰੂ ਘਰ ਦੀ ਮਰਿਆਦਾ ਅਨੁਸਾਰ ਸੇਵਾ ਕਰਨੀ ਉਹ ਕਰ ਰਹੇ ਹਾਂ ਤੇ ਕਰਾ ਰਹੇ ਹਾਂ ਜੀ। ਤੇ ਤੁਸੀਂ ਐਸਜੀਪੀਸੀ ਦਾ ਜਿਹੜਾ ਇਤਰਾਜ਼ ਆ ਉਸ ਦਾ ਸਮਰਥਨ ਕਰ ਰਹੇ ਹੋ? ਇਤਰਾਜ਼ ਨਹੀਂ ਕਿਹਾ ਜਾ ਸਕਦਾ ਇਸ ਨੂੰ। ਇਤਰਾਜ਼ ਹੁੰਦਾ ਏ ਕਿਸੇ ਵੀ ਸਿਸਟਮ ਨੂੰ ਚੇਂਜ ਕੀਤਾ ਜਾਵੇ। ਅਸੀਂ ਜਿਹੜਾ ਗੁਰੂ ਘਰ ਦਾ ਸਿਸਟਮ ਉਸ ਨੂੰ ਚੇਂਜ ਨਹੀਂ ਕੀਤਾ, ਠੀਕ ਹੈ ਨਾ ਜੀ। ਤੇ ਜੇ ਸਰਕਾਰ ਦੀ ਸਿੱਖਿਆਵਾਂ ਜਾਂ ਕਾਨੂੰਨ ਅੱਜ ਵਿਧੀ ਹੈ ਜੋ ਲਾਓ ਦੱਸਦੇ ਨੇ, ਉਹਨਾਂ ਦੇ ਮੁੱਖ ਰੱਖਦੇ ਹੋਏ ਸਿਰਫ ਤੇ ਸਿਰਫ ਕੇਵਲ ਕੜਾਹ ਪ੍ਰਸ਼ਾਦ ਦੀ ਦੇਗ ਦੀ ਹੀ ਗੱਲ ਕੀਤੀ ਜਾ ਰਹੀ ਹੈ, ਉਸ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ। ਤੇ ਹਾਂ, ਸੰਗਤ ਦੇ ਵਿੱਚ ਪ੍ਰਸ਼ਾਦ ਵੀ ਹੈ ਤੇ ਪੰਗਤ ਦੇ ਵਿੱਚ ਲੰਗਰ ਵੀ ਹੈ। ਇਹ ਉਦੋਂ ਵੀ ਜਦੋਂ ਸ਼ੁਰੂ ਹੋਇਆ ਸੀ ਉਦੋਂ ਵੀ ਬਾਹਰ ਪੰਗਤ ਦੇ ਵਿੱਚ ਪ੍ਰਸ਼ਾਦਾ ਇੱਥੋਂ ਵਰਤ ਕੇ ਜਾਂਦਾ ਸੀ, ਬਣ ਕੇ ਜਾਂਦੇ ਬਤਾਇਆ ਜਾਂਦਾ ਸੀਗਾ, ਤੇ ਹੁਣ ਵੀ ਪੰਗਤ ਤੇ ਸੰਗਤ ਦੀ ਮਰਿਆਦਾ ਚੱਲ ਰਹੀ ਹੈ। ਬਾਕੀ ਇਹ ਹੈ ਵੀ ਮਾਸਕ ਜਿਹੜਾ ਲਾਉਣਾ ਹੈ ਉਹ ਲਾ ਕੇ ਸੰਗਤ ਆ ਰਹੀ ਹੈ, ਤੇ ਹੱਥ ਸੈਨੀਟਾਈਜ਼ ਕੀਤਾ ਜਾਂਦਾ ਹੈ। ਹੱਥ ਪੈਰ ਤੋਂ ਗੁਰੂ ਘਰ ਦੀ ਮਰਿਆਦਾ ਪਵਿੱਤਰਤਾ ਦੀ ਹੈ, ਇੱਥੇ ਤਨ ਦੀ ਪਵਿੱਤਰਤਾ, ਹੱਥ ਪੈਰ ਧੋ ਕੇ ਸਵੱਛ ਅਵਸਥਾ ਦੇ ਵਿੱਚ ਜਾ ਕਰਕੇ ਮੱਥਾ ਟੇਕੀਦਾ ਹੈ, ਤੇ ਆਉਂਦੇ ਹੋਏ ਵੀ ਸੈਨੀਟਾਈਜ਼ਰ ਪਿਆ ਤੁਸੀਂ ਦੇਖ ਸਕਦੇ ਹੋ। ਬਾਕੀ ਸੰਗਤ ਆ ਰਹੀ ਹੈ, ਸਾਰਿਆਂ ਨੇ ਮਾਸਕ ਪਾਇਆ ਹੋਇਆ, ਆਪਣੇ ਸਿਸਟਮ ਨਾਲ ਗੁਰੂ ਘਰ ਦੀ ਮਰਿਆਦਾ ਅਨੁਸਾਰ ਗੁਰੂ ਘਰ ਦੀਆਂ ਸੇਵਾਵਾਂ ਚੱਲ ਰਹੀਆਂ ਨੇ ਤੇ ਚੱਲਦੀਆਂ ਵੀ ਰਹਿਣੀਆਂ ਚਾਹੀਦੀਆਂ ਨੇ, ਤਾਂ ਕਿ ਗੁਰੂ ਦੇ ਨਾਲ ਗੁਰੂ ਕੇ ਸਿੱਖ ਦਾ ਸੰਬੰਧ ਬਣਿਆ ਰਹੇ। ਕਿਸੇ ਪ੍ਰਕਾਰ ਦੇ ਨਾਲ ਕਿਸੇ ਵੀ ਕਿਸਮ ਦਾ ਸੰਗਤ ਦੇ ਵੀ ਕੋਈ ਪ੍ਰਭਾਵ ਨਾ ਪਵੇ, ਕਿਸੇ ਵੀ ਕਿਸਮ ਦਾ, ਤੇ ਗੁਰੂ ਤੇ ਗੁਰਸਿੱਖ ਦੇ ਵਿੱਚ ਸਾਂਝ ਦੇ ਵਿੱਚ ਵੀ ਫਰਕ ਨਹੀਂ ਪੈਣਾ ਚਾਹੀਦਾ। ਤੇ ਸੰਗਤ ਵੱਲੋਂ ਕਿੰਨਾ ਕੁਝ ਸਾਥ ਦਿੱਤਾ ਜਾ ਰਿਹਾ ਸੇਵਾਦਾਰਾਂ ਨੂੰ? ਉੱਪਰ ਸਾਰੀ ਮਰਿਆਦਾ ਅਨੁਸਾਰ ਸਿਸਟਮ ਅਨੁਸਾਰ ਮਾਸਕ ਪਾ ਕਰਕੇ ਹੱਥ ਪੈਰ ਧੋ ਕੇ ਜਾਂਦੀ ਹੈ, ਡਿਸਟੈਂਸ ਦਾ ਵੀ ਇਹਨਾਂ ਨੇ ਖਿਆਲ ਰੱਖਿਆ ਹੋਇਆ, ਸੋ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਹੈ ਜਿਸ ਕਰਕੇ ਕਿਸੇ ਨੂੰ ਕੋਈ ਇਤਰਾਜ਼ ਆਦਿ ਹੋਵੇ। ਜਿੱਦਾਂ ਕਿ ਤੁਸੀਂ ਦੇਖਿਆ ਗੁਰਦੁਆਰਾ ਸਾਹਿਬਾਨ ਦੇ ਵਿੱਚ ਕੜਾਹ ਪ੍ਰਸ਼ਾਦ ਦਾ ਤੇ ਲੰਗਰ ਦੀ ਜਿਹੜੀ ਪ੍ਰਥਾ ਉਹ ਲਗਾਤਾਰ ਚੱਲ ਰਹੀ ਹੈ, ਤੇ ਸੰਗਤ ਵੱਲੋਂ ਵੀ ਮਾਸਕ ਲਗਾ ਕੇ ਗੁਰੂ ਘਰਾਂ ਦੇ ਵਿੱਚ ਆਇਆ ਜਾ ਰਿਹਾ ਤੇ ਮੱਥਾ ਟੇਕਿਆ ਜਾ ਰਿਹਾ। ਸੈਨੀਟਾਈਜੇਸ਼ਨ ਦਾ ਖਾਸ ਧਿਆਨ ਰੱਖਿਆ ਜਾ ਰਿਹਾ, ਸਾਫ਼ ਸਫਾਈ ਦਾ ਖਾਸ ਧਿਆਨ ਰੱਖਿਆ ਜਾ ਰਿਹਾ, ਤੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਇੱਥੇ ਸੈਨੀਟਾਈਜੇਸ਼ਨ ਲਈ ਖਾਸ ਇੱਕ ਬੋਟਲ ਰੱਖੀ ਗਈ ਹੈ, ਤੇ ਸੰਪਰਕ ਹੱਥ ਦਾ ਸਿੱਧਾ ਸੰਪਰਕ ਨਾ ਆਵੇ, ਇਸ ਕਰਕੇ ਪੈਰ ਰਾਹੀਂ ਸੈਨੀਟਾਈਜ਼ ਕੀਤਾ ਜਾ ਸਕਦਾ ਆਪਣੇ ਹੱਥਾਂ ਨੂੰ, ਤੁਸੀਂ ਦੇਖ ਸਕਦੇ ਹੋ। ਤੇ ਬਹੁਤ ਵਧੀਆ ਤਰੀਕੇ ਦੇ ਨਾਲ ਇੱਕ ਸੈਨੀਟਾਈਜੇਸ਼ਨ ਦਾ ਪ੍ਰਬੰਧ ਕੀਤਾ ਗਿਆ, ਤੇ ਸੰਗਤ ਵੱਲੋਂ ਵੀ ਸੇਵਾਦਾਰਾਂ ਦਾ ਪੂਰਾ ਸਾਥ ਦਿੱਤਾ ਜਾ ਰਿਹਾ। ਸੰਗਤ ਸੋਸ਼ਲ ਡਿਸਟੈਂਸਿੰਗ ਦਾ ਵੀ ਮੇਨਟੇਨ ਕਰ ਰਹੀ ਹੈ, ਤੇ ਕਰੋਨਾ ਵਾਇਰਸ ਵਰਗੀ ਨਾਮੁਰਾਦ ਬਿਮਾਰੀ ਨੂੰ ਹਰਾਉਣ ਲਈ ਗੁਰੂ ਘਰਾਂ ਦੇ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਨੇ।
ਅੰਮ੍ਰਿਤਸਰ ਦੇ ਕਿਸ਼ਨਕੋਟ ਵਿੱਚ 6 ਤਰੀਕ ਨੂੰ ਹੋਏ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ ਅਤੇ ਇਸ ਮਾਮਲੇ ਵਿੱਚ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਦੇ ਮੁਤਾਬਕ 6 ਤਰੀਕ ਨੂੰ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਰਮੇਸ਼ ਕੁਮਾਰ ਨਾਮਕ ਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਨੂੰ ਘਰ ਵਿੱਚ ਹੀ ਅੱਗ ਲਗਾ ਦਿੱਤੀ ਗਈ ਸੀ ਅਤੇ ਉਸ ਦੀ ਭੈਣ ਦੇ ਬਿਆਨਾਂ ਉੱਤੇ ਸੰਜੀਵ ਕੁਮਾਰ, ਪਵਨ ਕੁਮਾਰ ਅਤੇ ਵਰਿੰਦਰ ਉੱਤੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਕੱਲ ਗੁਪਤ ਸੂਚਨਾ ਦੇ ਆਧਾਰ ਉੱਤੇ ਛਾਪੇਮਾਰੀ ਕਰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹਨਾਂ ਨੌਜਵਾਨਾਂ ਨੇ ਮ੍ਰਿਤਕ ਨੂੰ ਪੈਸੇ ਦੇਣੇ ਸਨ ਅਤੇ ਮ੍ਰਿਤਕ ਇਹਨਾਂ ਉੱਤੇ ਦਬਾਅ ਬਣਾ ਰਿਹਾ ਸੀ, ਜਿਸ ਦੇ ਚੱਲਦੇ ਇਹਨਾਂ ਨੇ ਉਸ ਦਾ ਕਤਲ ਕਰ ਦਿੱਤਾ। ਇਹ ਮਿਤੀ 6/6/2020 ਨੂੰ ਅਣਪਛਾਤੇ ਲੋਕਾਂ ਵੱਲੋਂ ਰਮੇਸ਼ ਕੁਮਾਰ ਇਸ ਵਿੱਕੀ ਪੁੱਤਰ ਨੈਤ ਕੁਮਾਰ ਵਾਸੀ ਨੀਵੀਂ ਵਾਦੀ ਕ੍ਰਿਸ਼ਨਕੋਟ ਦਾ ਕਤਲ ਕੀਤਾ ਗਿਆ ਸੀ ਉਸ ਦੇ ਘਰ ਵਿੱਚ। ਫਿਰ ਇਹਦੀ ਭੈਣ ਦੇ ਬਿਆਨਾਂ ਦੇ ਉੱਤੇ 7/6/2020 ਨੂੰ ਸੰਜੀਵ ਕੁਮਾਰ, ਪਵਨ ਕੁਮਾਰ ਬਬਲਾ ਤੇ ਵਰਿੰਦਰ ਕੁਮਾਰ ਪੁਲਿਸ ਵਿੱਕੀ ਉਹਨੇ ਇਹਨਾਂ ਨੂੰ ਨਾਮਜ਼ਦ ਕੀਤਾ ਇਸ ਮੁਕੱਦਮੇ ਦੇ ਵਿੱਚ। ਉਸ ਬਿਹਾਫ ਤੇ ਅਸੀਂ ਇਹਨਾਂ ਨੂੰ ਕੱਲ ਤਿੰਨਾਂ ਦੋਸ਼ੀਆਂ ਨੂੰ ਟਿੱਬਾ ਗਰਾਊਂਡ ਦੇ ਲਾਗੋਂ ਗ੍ਰਿਫਤਾਰ ਕਰਕੇ ਤੇ ਪੁੱਛਗਿੱਛ ਕੀਤੀ, ਜਿਨ੍ਹਾਂ ਨੇ ਰਮੇਸ਼ ਕੁਮਾਰ ਵਿੱਕੀ ਨੂੰ ਮਾਰਨ ਸੰਬੰਧੀ ਇਨਕਸ਼ਾਫ ਕੀਤਾ ਕਿ ਇਸ ਨੂੰ ਅਸੀਂ ਮਾਰਿਆ ਹੈ। ਇਹ ਉਸ ਪਾਸੋਂ ਪੈਸੇ ਮੰਗਦੇ ਸੀ, ਉਹਨੇ ਇਹਨਾਂ ਪਾਸੋਂ ਪੈਸੇ ਵੀ ਲੈਣੇ ਸਨ ਪਹਿਲਾਂ ਵੀ, ਤੇ ਹੋਰ ਇਹ ਮੰਗਦੇ ਸਨ ਤੇ ਇਹਨਾਂ ਨੇ ਨਸ਼ੇ ਦੇ ਵਿੱਚ ਉਸ ਨੂੰ ਕਰਦਾ ਮਾਰ ਕੇ ਤੇ ਪਿੱਲਰ ਜਿਹਦੇ ਨਾਲ ਫਰੂਟ ਇਹ ਕੱਟ ਕੇ ਖਾ ਰਹੇ ਸੀ ਤੇ ਇਹਦੇ ਮੂੰਹ ਤੇ, ਸਿਰ ਤੇ, ਗਰਦਨ ਤੇ ਕਾਫੀ ਵਾਰ ਕਰਕੇ ਤੇ ਇਹਨਾਂ ਨੇ ਮੁੜ ਕੇ ਉਹਨੂੰ ਚਾਦਰ ਦੇ ਨਾਲ ਅੱਗ ਲਗਾ ਕੇ ਇਸ ਉੱਪਰ ਸੁੱਟ ਕੇ ਤੇ ਇਸ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਸੀ। ਇਹ ਸਾਰੀਆਂ ਗੱਲਾਂ ਇਹਨਾਂ ਨੇ ਮੰਨੀਆਂ ਨੇ ਤੇ ਇਹਨਾਂ ਨੇ ਕਿਹਾ ਵੀ ਅਸੀਂ ਗਲਤੀ ਕਰ ਬੈਠੇ, ਕਤਲ ਕਰ। ਕਿਹੜੀ ਧਾਰਾ ਦੇ ਦਿੱਤੀ ਤੇ ਪਰਚਾ ਕੱਟਿਆ ਜੀ? ਕਿਹੜੀ ਧਾਰਾ ਲੱਗੀ ਇਹਨਾਂ 302, 201, 34 IPC ਮੁਕੱਦਮਾ ਨੰਬਰ 265/20 ਥਾਣਾ ਇਸਲਾਮਾਬਾਦ ਦੇ ਵਿੱਚ ਦਰਜ ਕੀਤਾ। ਇਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਤਫਤੀਸ਼ ਜਾਰੀ। ਬਰਨਾਲਾ ਦੇ ਇੱਕ ਨਿੱਜੀ ਸਕੂਲ ਦੀ ਕੁਝ ਮਹਿਲਾ ਅਧਿਆਪਕ ਸਕੂਲ ਪ੍ਰਿੰਸੀਪਲ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਬੈਠੇ ਹਨ ਤੇ ਪਾਣੀ ਦੀ ਟੰਕੀ ਉੱਤੇ ਵੀ 5 ਮਹਿਲਾ ਅਧਿਆਪਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਦੂਜੇ ਪਾਸੇ ਸਕੂਲ ਮੈਨੇਜਮੈਂਟ ਵੱਲੋਂ ਸਕੂਲ ਪ੍ਰਿੰਸੀਪਲ ਦੇ ਸਮਰਥਨ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਸਕੂਲ ਪ੍ਰਿੰਸੀਪਲ ਦਾ ਸਮਰਥਨ ਕਰਨ ਵਾਲੀ ਮਹਿਲਾ ਅਧਿਆਪਕਾਂ ਨੇ ਸਕੂਲ ਪ੍ਰਿੰਸੀਪਲ ਨੂੰ ਸੈਲੂਟ ਵੀ ਕੀਤਾ। ਪਿਛਲੇ 1.5 ਸਾਲ ਦੀ ਹਰਾਸਮੈਂਟ ਤੋਂ ਤੰਗ ਆ ਕੇ ਪ੍ਰਸ਼ਾਸਨ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਪ੍ਰਸ਼ਾਸਨ 'ਚ ਅਸੀਂ ਬਹੁਤ ਗੁਹਾਰਾਂ ਲਾਈਆਂ, ਉਹ ਤੋਂ ਤੰਗ ਆ ਕੇ ਸਾਨੂੰ ਇੱਥੇ ਬੈਠਣਾ ਪੈ ਰਿਹਾ, ਪਰ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ। ਅਸੀਂ ਕੱਲ੍ਹ ਦੇ 1-1:30 ਵਜੇ ਦੇ ਲਗਭਗ ਇੱਥੇ ਬੈਠੇ ਹੋਏ ਹਾਂ, ਪੂਰੀ ਰਾਤ ਗੁਜ਼ਰ ਗਈ, ਦੁਬਾਰਾ ਫਿਰ 1-1:30 ਵੱਜਣ ਵਾਲਾ ਹੈ, ਪਰ ਹਜੇ ਤੱਕ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਪਹੁੰਚਿਆ, ਕੋਈ ਸੁਣਵਾਈ ਨਹੀਂ ਹੋ ਰਹੀ। ਸਕੂਲ ਨੂੰ ਪੂਰਾ ਕਵਰ ਅਪ ਕੀਤਾ ਜਾ ਰਿਹਾ। ਜਿਹੜੇ ਸਾਡੇ ਬਿਆਨ ਨੇ ਸਰ ਉਹ ਲੈ ਕੇ ਉਹਨਾਂ ਨੂੰ ਦਿੱਤੇ ਜਾ ਰਹੇ ਆ ਵੀ ਤੁਸੀਂ ਇਹਦੇ 'ਚੋਂ ਕੁਝ ਕੱਢ ਲਓ, ਜੇ ਤੁਹਾਨੂੰ ਕੁਝ ਮਿਲਦਾ, ਮਤਲਬ ਪੂਰਾ ਬਚਾਉਣ ਦੀ ਕੋਸ਼ਿਸ਼ ਕਰੀ ਜਾ ਰਹੀ ਹੈ ਵੀ ਕਿੱਦਾਂ ਕਰਕੇ ਅਸੀਂ ਸਕੂਲ ਨੂੰ, ਮਤਲਬ ਪ੍ਰਿੰਸੀਪਲ ਨੂੰ, ਮੈਨੇਜਮੈਂਟ ਨੂੰ ਅਸੀਂ ਕਵਰ ਕਰ ਲਈਏ ਕਿ ਇਹ ਵੱਧ ਤੋਂ ਵੱਧ ਬਚ ਰਹਿਣ। ਹੁਣ ਸਾਰੇ, ਮਤਲਬ ਮੇਰੀ ਗੁਜ਼ਾਰਿਸ਼ ਹੈ ਕਿ ਹੁਣ ਇਹ ਚੀਜ਼ ਤੁਹਾਨੂੰ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਸਾਡੀ ਸੁਣਵਾਈ ਕਿਉਂ ਨਹੀਂ। ਪਿਛਲੇ 2 ਸਾਲਾਂ ਤੋਂ ਵੀ ਮੈਨੂੰ 14 ਸਾਲ ਹੋ ਗਏ ਪੜ੍ਹਾਉਂਦੀ ਨੂੰ। ਸਾਡਾ ਸਕੂਲ ਦਾ ਜਿਹੜਾ ਡਿਸਿਪਲਿਨ ਸੀ, ਜਿਹੜਾ ਪ੍ਰਿੰਸੀਪਲ ਸੀ, ਜਿਹੜਾ ਸਾਰੇ ਵਧੀਆ ਬਹੁਤ ਸੋਹਣੇ ਢੰਗ ਨਾਲ ਚੱਲ ਰਿਹਾ ਸੀ। ਪਰ ਪਿਛਲੇ 2 ਸਾਲਾਂ ਤੋਂ ਜਦੋਂ ਦੇ ਇਹ ਪ੍ਰਿੰਸੀਪਲ ਸਾਹਿਬ ਜੀ ਆਏ ਨੇ, ਸਾਡੇ ਸਕੂਲ ਦੇ ਵਿੱਚ ਇੰਨੀ ਘਪਲਾਬਾਜ਼ੀਆਂ ਤਨਖਾਹਾਂ ਦੇ ਵਿੱਚ ਕੀਤੀਆਂ ਜਾਂਦੀਆਂ ਨੇ। ਸਾਡੇ ਨਾਲ ਜਿਹੜਾ ਵਰਤੀਰਾ ਇਹ ਕਰਦੇ ਨੇ, ਉਹ ਮਤਲਬ ਮਿਸਬਿਹੇਵੀਅਰ ਸਾਡੇ ਨਾਲ ਕੀਤਾ ਜਾਂਦਾ, ਕਿਉਂਕਿ ਸਾਡਾ ਟ੍ਰਿਬਿਊਨਲ ਦੇ ਵਿੱਚ, ਮਾਨਯੋਗ ਟ੍ਰਿਬਿਊਨਲ ਦੇ ਵਿੱਚ ਸਾਡਾ ਕੇਸ ਲੱਗਿਆ ਹੋਇਆ ਹੈ। ਇਸੇ ਕਾਰਨ ਹੀ ਸਾਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ। ਮਤਲਬ ਜਦੋਂ ਵੀ ਅਸੀਂ ਲੀਵ ਲੈਣ ਜਾਈਏ ਸਾਨੂੰ ਇੰਨੇ ਗੰਦੇ ਕੁਐਸਚਨ ਪੁੱਛਦੇ ਨੇ ਕਿ ਮਤਲਬ ਅਸੀਂ ਸਾਰਿਆਂ ਦੇ ਮੂਹਰੇ ਐਕਸਪਲੇਨ ਕਰ ਸਕਦੇ ਹੈਗੇ, ਠੀਕ ਹੈ ਵੀ ਮਤਲਬ ਸਾਨੂੰ ਹਰ ਪੱਖੋਂ ਇਸ ਪ੍ਰਿੰਸੀਪਲ ਤੋਂ ਤੇ ਇਸ ਮੈਨੇਜਮੈਂਟ ਤੋਂ ਆਪਦੇ ਫਿਜ਼ੀਕਲੀ ਲਾਈਫ ਲਈ ਅਤੇ ਸਾਡੀ ਜਿਹੜੀ ਇੱਜ਼ਤ ਹੈ ਉਹ ਤੋਂ ਖਤਰਾ ਹੈ। ਮੈਂ ਬਾਬਾ ਗੰਦਾ ਸਿੰਘ ਪਬਲਿਕ ਸਕੂਲ ਬਰਨਾਲਾ ਦੀ ਟੀਚਰ ਹਾਂ। ਪਿਛਲੇ 12 ਸਾਲ ਤੋਂ ਮੈਂ ਇੱਥੇ ਕੰਮ ਕਰ ਰਹੀ ਹਾਂ ਸਰ। ਅਸੀਂ ਆਪਣਾ ਕੰਮ ਬਹੁਤ ਵਧੀਆ ਢੰਗ ਨਾਲ ਕਰ ਰਹੇ ਹਾਂ। ਪੇਰੈਂਟਸ ਨੂੰ ਸਾਡੇ ਕੋਲੋਂ ਕੋਈ ਸ਼ਿਕਾਇਤ ਨਹੀਂ, ਪਰ ਸਾਨੂੰ ਨਹੀਂ ਪਤਾ ਵੀ ਸਾਡੇ ਸਕੂਲ ਮੈਨੇਜਮੈਂਟ ਨੂੰ ਜਾਂ ਸਾਡੇ ਸਕੂਲ ਪ੍ਰਿੰਸੀਪਲ ਸਰ ਨੂੰ ਇਹਨਾਂ ਨੂੰ ਸਾਡੇ ਕੋਲੋਂ ਕੀ ਦਿੱਕਤ ਹੈ। ਪਿਛਲੇ 2 ਸਾਲਾਂ ਤੋਂ ਸਾਨੂੰ ਇਹਨਾਂ ਨੇ ਕਾਫੀ ਹਰਾਸ ਕੀਤਾ ਹੋਇਆ। ਪਹਿਲਾਂ ਜੋ ਵੀ ਸਾਡੇ ਪ੍ਰਿੰਸੀਪਲ ਸੀਗੇ ਸਾਨੂੰ ਕੋਈ ਇੱਦਾਂ ਦੀ ਸ਼ਿਕਾਇਤ ਨਹੀਂ ਸੀ, ਉਹਨਾਂ ਨਾਲ ਕੋਈ ਵੀ ਸਾਨੂੰ ਦਿੱਕਤ ਨਹੀਂ ਸੀ ਉਹਨਾਂ ਤੋਂ। ਪਰ ਹੁਣ ਪਿਛਲੇ 2 ਸਾਲਾਂ ਤੋਂ ਸਾਨੂੰ ਇੰਨਾ ਹਰਾਸ ਕੀਤਾ ਜਾ ਰਿਹਾ ਹੈ ਕਿ ਸਾਨੂੰ
ਟੀਚਰ ਲਫ਼ਜ਼ ਹੋਣ ਤੋਂ ਵੀ ਸਾਨੂੰ ਦਿੱਕਤ ਹੋਣ ਲੱਗੀ ਵੀ ਟੀਚਰ ਅੱਗੇ ਗੁਰੂ ਮੰਨਿਆ ਜਾਂਦਾ ਸੀ, ਬਟ ਹੁਣ ਸਾਨੂੰ ਇਹਨਾਂ ਨੇ ਬਹੁਤ ਜ਼ਿਆਦਾ ਹਰਾਸ ਕਰਤਾ ਹੈ। ਮੈਂ ਬਾਬਾ ਗਾਂਧਾ ਸਿੰਘ ਸਕੂਲ ਦੇ ਵਿੱਚ ਟੀਚਰ ਹਾਂ। ਮੈਂ 2 ਫਰਵਰੀ 1990 ਤੋਂ ਇਸ ਸਕੂਲ ਦੇ ਵਿੱਚ ਐਜ਼ ਅ ਟੀਚਰ ਪੜ੍ਹਾ ਰਹੀ ਹਾਂ। ਅਸੀਂ ਇਸ ਗੱਲ ਦੇ ਬਿਲਕੁਲ ਖਿਲਾਫ ਹਾਂ ਜੋ ਉਹਨਾਂ ਨੇ ਪ੍ਰਿੰਸੀਪਲ ਤੇ ਦੋਸ਼ ਲਾਇਆ, ਕਿਉਂਕਿ ਪ੍ਰਿੰਸੀਪਲ ਦੁੱਧ ਦੀ ਤਰ੍ਹਾਂ ਸਾਫ਼ ਨੇ ਔਰ ਐਜ਼ ਏ ਮੈਨੂੰ ਉਹਨਾਂ ਦੀ ਵੱਡੀ ਸਿਸਟਰ ਹੋਣ ਦਾ ਮਾਣ ਮਹਿਸੂਸ ਹੋ ਰਿਹਾ ਔਰ ਅੱਜ ਇੱਕ ਆਰਮੀ ਮੈਨ ਨੂੰ ਮੈਂ ਮਾਂ ਦਾ ਅਹੁਦਾ ਦੇ ਰਹੀ ਹਾਂ ਔਰ ਮੈਂ ਉਹਨਾਂ ਨੂੰ ਸਲੂਟ ਕਰਦੀ ਹਾਂ, ਉਹਨਾਂ ਦੀ ਇੱਜ਼ਤ ਕਰਦੀ ਹਾਂ। ਔਰ ਉਹਨਾਂ ਦੇ ਜਦੋਂ ਇਹ ਇਲਜ਼ਾਮ ਲਾਏ ਗਏ ਮੇਰਾ ਮਨ ਭਰ ਕੇ ਆਉਂਦਾ ਵੀ ਉਹਨਾਂ ਨੇ ਸਾਡੇ ਪ੍ਰਿੰਸੀਪਲ ਜੋ ਕਿ ਐਡੇ ਸਤਿਕਾਰਯੋਗ ਸੀ, ਉਹਨਾਂ ਨੇ ਇਸ ਸਰ ਤੇ ਇਹ ਬਲੇਮ ਕਿਉਂ ਲਾਇਆ, ਕੀ ਸੋਚ ਕੇ ਲਾਇਆ, ਜਦੋਂ ਕਿ ਉਹ ਤਾਂ ਸਰ ਦੀਆਂ ਬੇਟੀਆਂ ਦੇ ਸਮਾਨ ਨੇ ਔਰ ਸਰ ਉਹਨਾਂ ਨੂੰ ਬੇਟੀਆਂ ਦਾ ਅਹੁਦਾ ਦੇ ਰਹੇ ਨੇ ਔਰ ਕਦੇ ਵੀ ਸਾਨੂੰ ਸਾਡੇ ਪ੍ਰਿੰਸੀਪਲ ਸਰ ਤੋਂ ਇਸ ਗੱਲ ਦੀ ਸ਼ਿਕਾਇਤ ਨਹੀਂ ਸੀ। ਸਰ ਐਕਚੁਅਲੀ ਸਾਡਾ ਉਹਨਾਂ ਟੀਚਰਸ ਨਾਲ ਕੋਈ ਪ੍ਰੋਬਲਮ ਨਹੀਂ, ਉਹਨਾਂ ਨੇ ਇੱਕ ਗਲਤੀ ਕੀਤੀ ਹੈ ਜਿਹੜੀ ਸਾਡੇ ਰਿਸਪੈਕਟਡ ਪ੍ਰਿੰਸੀਪਲ ਸਰ ਹੈ ਉਹਨਾਂ ਦੇ ਉੱਪਰ ਉਹਨਾਂ ਨੇ ਇੱਕ ਬਲੇਮ ਲਗਾਇਆ ਜਿਹੜਾ ਕਿ ਬਿਲਕੁਲ ਗਲਤ ਹੈ। ਅਸੀਂ ਸਿਰਫ ਉਹਦੇ ਵਿਰੋਧ 'ਚ ਖੜੇ ਆ, ਉਹ ਸਾਡੇ ਨਾਲ ਦੇ ਸਾਥੀ ਹੈ, ਸਾਨੂੰ ਉਹਨਾਂ ਤੋਂ ਕੋਈ ਪ੍ਰੋਬਲਮ ਨਹੀਂ ਸੀ। ਕੱਲ ਉਹਨਾਂ ਨੇ ਮੈਨੂੰ ਫੋਨ ਕਰਕੇ ਉਹਨਾਂ 'ਚੋਂ ਇੱਕ ਨੇ WhatsApp ਤੇ ਕਾਲ ਕੀਤੀ ਜਿੰਦੇ ਵਿੱਚ ਉਹਨਾਂ ਨੇ ਮੈਨੂੰ ਥ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਵੀ ਅਸੀਂ ਤੂੰ ਪ੍ਰਿੰਸੀਪਲ ਦਾ ਸਾਥ ਦੇ ਰਹੀ ਹੈ, ਤੂੰ ਸਾਡੇ ਨਾਲ ਨਹੀਂ ਖੜੀ, ਅਸੀਂ ਤੇਰਾ ਇੰਨਾ ਸਾਥ ਦਿੱਤਾ ਅੱਜ ਤੱਕ। ਮੈਂ ਕਿਹਾ ਕੋਈ ਗੱਲ ਨਹੀਂ ਵੀਰੇ, ਇਹ ਸਾਰੇ ਆਪਾਂ ਆਪਸ 'ਚ ਮਿਲ ਕੇ ਹੀ ਆ। ਤੇ ਉਹ ਦੈਨ ਸ਼ੀ ਵਾਜ਼ ਕਰਾਈਂਗ, ਸ਼ੀ ਸੈਡ ਵੀ ਅਸੀਂ ਤਾਂ ਮਰਨਾ ਹੀ ਹੈ, ਨਾਲ ਤੈਨੂੰ ਲੈ ਕੇ ਮਰਾਂਗੇ, ਤੈਨੂੰ ਐਡਾ ਬੁਰਾ ਫਸਾ ਕੇ ਜਾਵਾਂਗੇ, ਤੂੰ ਵੀ ਯਾਦ ਰੱਖੇਂਗੇ। ਬਿਲਕੁਲ ਗਲਤ ਹੈ, ਬੇਬੁਨਿਆਦ ਹੈ, ਇਹਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ 0% ਸੱਚਾਈ ਨਹੀਂ, ਕਿਉਂਕਿ ਪ੍ਰਿੰਸੀਪਲ ਸਾਹਿਬ ਜਿਹੜੇ ਇੱਕ ਬਹੁਤ ਹੀ ਰਿਟਾਇਰਡ ਕਰਨਲ ਨੇ, ਮਿਲਟਰੀ 'ਚ ਅਸੂਲ ਸਿਧਾਂਤ ਦੇ ਬੰਦੇ ਆ ਜਿਨ੍ਹਾਂ ਦੀਆਂ ਉਹ ਬੱਚੀਆਂ ਦੇ ਸਮਾਨ ਨੇ ਤੇ ਇਹ 2.5 ਸਾਲਾਂ ਤੋਂ ਸਾਡੇ ਕੋਲੇ ਨੇ। ਉਹ ਇਸ ਲਈ ਇਹ ਜਿਹੜਾ ਉਹਨਾਂ ਨੇ ਕੀਤਾ ਨਾ ਬਹੁਤ ਹੀ ਕਿਸੇ ਦੇ ਕਰੈਕਟਰ ਤੇ ਚਿੱਕੜ ਸਾਲਣਾ ਬਹੁਤ ਹੀ ਘਟੀਆ ਅਸਹਿ ਹੈ, ਬਹੁਤ ਹੀ ਮਾੜਾ ਹੈਗਾ ਜਿਹੜਾ ਉਹਨਾਂ ਨੇ ਇਹਨਾਂ ਤੇ ਹੈ। ਅਸੀਂ ਸਮੁੱਚਾ ਮੈਨੇਜਮੈਂਟ ਕਮੇਟੀ, ਸਾਡੇ ਚੇਅਰਮੈਨ ਬੈਠੇ ਨੇ ਬਾਬਾ ਮਹੰਤ ਸਰਜੀਤ ਸਿੰਘ ਜੀ ਆ ਮੇਰੇ ਨਾਲ, ਅੱਜ ਚੇਅਰਮੈਨ ਨੇ ਬਾਬਾ ਗਾਂਧਾ ਸਿੰਘ ਐਜੂਕੇਸ਼ਨ ਟਰਸਟ ਦੇ, ਢਿੱਲੋਂ ਸਾਹਿਬ, ਬਾਬਾ ਕੇਵਲ ਕ੍ਰਿਸ਼ਨ ਜੀ, ਬਾਬਾ ਅਮਨਦੀਪ ਸਿੰਘ ਜੀ, ਇਹ ਸਾਰੇ ਅਸੀਂ ਟਰਸਟੀ ਹਾਂ। ਤੋ ਇਸ ਲਈ ਅਸੀਂ ਇਸ ਦੀ ਘੋਰ ਨਿੰਦਿਆ ਕਰਦੇ ਹਾਂ। ਬਿਲਕੁਲ ਇਸ ਜਿਹੜੀ ਉਹਨਾਂ ਨੇ ਇਹ ਕੀਤੀ ਹੈ ਬਹੁਤ ਘਟੀਆ ਮੰਨਦੇ ਹਾਂ ਸਮੁੱਚਾ ਸਾਡਾ ਜਿਹੜਾ ਮੈਨੇਜਮੈਂਟ ਕਮੇਟੀ। ਇੱਕ ਸਮਾਜ ਸੇਵੀ ਸੰਸਥਾ ਵੱਲੋਂ ਪਿਛਲੇ 2 ਸਾਲਾਂ ਤੋਂ ਸ਼ਹਿਰ ਵਿੱਚ ਫੁੱਟਪਾਥਾਂ ਉੱਤੇ ਰਹਿਣ ਵਾਲੇ ਲਵਾਰਸ, ਮੰਦਬੁੱਧੀ, ਬਿਮਾਰ ਅਤੇ ਗਰਭਵਤੀ ਔਰਤਾਂ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਅੱਜ ਉਹਨਾਂ ਨੇ ਅੰਮ੍ਰਿਤਸਰ ਦੇ ਰਾਮਤਲਾਈ ਇਲਾਕੇ ਦੇ ਬੱਸ ਸਟੈਂਡ ਦੇ ਨਜ਼ਦੀਕ ਪਿਛਲੇ ਕਈ ਦਿਨਾਂ ਤੋਂ ਫੁੱਟਪਾਥ ਵਿੱਚ ਪਏ ਇੱਕ ਬਿਮਾਰ ਵਿਅਕਤੀ ਜਿਸ ਦੇ ਪੈਰ, ਹੱਥ ਤੇ ਜ਼ਖਮ ਹੋਏ ਨੇ, ਉਸ ਵਿਅਕਤੀ ਦੇ ਹਾਲਾਤ ਵੇਖ ਕੇ ਉਸ ਨੂੰ ਹੱਥਾਂ ਪੈਰਾਂ ਦਾ ਇਲਾਜ ਕਰਨ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ। ਤੁਹਾਨੂੰ ਦੱਸ ਦਈਏ ਕਿ ਇਹ ਵਿਅਕਤੀ ਪਹਿਲਾਂ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਸੀ, ਪਰ ਉੱਥੇ ਵੀ ਕੋਈ ਵੀ ਡਾਕਟਰ ਇਸ ਦੀ ਜਾਂਚ ਨਹੀਂ ਕਰ ਰਿਹਾ ਸੀ। ਇਸ ਬਜ਼ੁਰਗ ਵਿਅਕਤੀ ਦੇ ਕਹਿਣ ਦੇ ਅਨੁਸਾਰ ਇਸ ਨੂੰ ਉੱਥੋਂ ਤੋਂ ਕੱਢ ਦਿੱਤਾ ਗਿਆ ਅਤੇ ਇਹ ਫੁੱਟਪਾਥ ਉੱਤੇ ਆ ਕੇ ਰਹਿਣ ਲੱਗਿਆ। ਉਹਨਾਂ ਨੇ ਕਿਹਾ ਕਿ ਜਾਤ ਪਾਤ ਛੱਡ ਕੇ ਇਨਸਾਨੀਅਤ ਦੇ ਤੌਰ ਉੱਤੇ ਸੇਵਾ ਕਰਨ ਦੀ ਅਪੀਲ ਕੀਤੀ ਗਈ ਹੈ। 2.5 ਸਾਲ ਤੋਂ ਇੱਕ NGO ਦੀ ਸ਼ੁਰੂਆਤ ਕੀਤੀ ਸੀ, ਜਿਹੜੇ ਰੋਡ ਸਾਈਡ ਸਾਡਾ ਪਰਿਵਾਰ ਹੈ, ਮੰਦਬੁੱਧੀ ਹੈ, ਉਹਨਾਂ ਦੀ ਸਾਂਭ ਸੰਭਾਲ ਤੇ ਸਾਨੂੰ ਲਗਭਗ 2018 ਨੂੰ ਸ਼ੁਰੂ ਕੀਤੀ ਸੀ ਕਿ ਅਸੀਂ ਹੁਣ ਤੱਕ ਜਿਹੜੇ ਸਾਨੂੰ ਵੱਖ-ਵੱਖ ਥਾਵਾਂ ਤੋਂ ਮਿਲੇ। ਇੱਥੋਂ ਤੱਕ ਕਿ ਸਾਨੂੰ 2 ਭੈਣਾਂ ਮਿਲੀਆਂ ਜਿਹੜੀਆਂ 6-6 ਮਹੀਨੇ ਦੀਆਂ ਪ੍ਰੈਗਨੈਂਟ ਸੀ, ਜਿਨ੍ਹਾਂ ਨੇ ਬੱਚਿਆਂ ਨੇ ਜਨਮ ਸਾਡੀ ਸੰਸਥਾ ਦੇ ਵਿੱਚ ਲਿਆ। ਬਾਕੀ ਵੱਖ-ਵੱਖ ਥਾਵਾਂ ਤੋਂ ਗੁਰਦੁਆਰੇ, ਮੰਦਰਾਂ, ਮਸੀਤਾਂ ਦੇ ਅੱਗਿਓਂ ਸਾਨੂੰ ਕੀੜਿਆਂ ਤੋਂ ਖਾਧੇ ਜਾ ਰਹੇ ਲੋਕ ਜਦੋਂ ਦੇਖਦੇ ਨੇ ਤਾਂ ਆਂਦਰਾਂ ਕਿਤੇ ਨਾ ਕਿਤੇ ਬਲੂੰਡੀਆਂ ਜਾਂਦੀਆਂ ਨੇ। ਇਹ ਬੰਦਾ ਕਿੱਥੋਂ ਦਾ ਰਹਿਣ ਵਾਲਾ? ਇਹ ਬਜ਼ੁਰਗ ਜਿਹੜੇ ਆ ਜੀ, ਇਹ ਜਿਸ ਦਿਨ ਟਾਵਰ ਤੇ ਬੰਦਾ ਜਿਹੜਾ ਸੀ ਉਸ ਦਿਨ ਅਸੀਂ ਆਏ ਸਾਂ ਫੁੱਟਪਾਥਾਂ ਦੇ ਉੱਤੇ ਜਿਹੜੇ ਵੀਰ ਸਾਡੇ ਹੁੰਦੇ ਨੇ ਕਿ ਉਹਨਾਂ ਦੀ ਕਰੋਨਾ ਨੂੰ ਕਰਕੇ ਅਸੀਂ ਐਡਮਿਸ਼ਨ ਨਹੀਂ ਕਰ ਰਹੇ, ਕਿਉਂਕਿ ਸਾਡੇ ਲਈ ਉਹ ਸਾਡਾ ਪਰਿਵਾਰ ਜਿਹੜੇ ਸਾਡੇ ਕੋਲ 27 ਮੈਂਬਰ ਨੇ ਉਹਨਾਂ ਦੀ ਸੇਫਟੀ ਵੀ ਬਹੁਤ ਜ਼ਰੂਰੀ ਹੈ। ਇਹ ਸਾਨੂੰ ਉਸ ਦਿਨ ਬਜ਼ੁਰਗ ਮਿਲੇ ਸੀ ਜਿਸ ਦਿਨ ਇੱਥੇ ਐਡਾ ਵੱਡਾ ਇਕੱਠ ਹੋਇਆ ਸੀ, ਜਿਸ ਦਿਨ ਬੰਦਾ ਟਾਵਰ ਤੇ ਚੜਿਆ ਸੀ। ਪ੍ਰਸ਼ਾਸਨ, ਹਸਪੀਟਲ ਦੇ ਅਧਿਕਾਰੀ, ਕਈ ਰਾਜਨੀਤਿਕ ਬੰਦੇ ਵੀ ਪਹੁੰਚੇ ਸੀ, ਪਰ ਇਹਨਾਂ ਬਜ਼ੁਰਗਾਂ ਦੇ ਹਾਲਾਤ ਇਹ ਤੁਸੀਂ ਫੋਟੋ ਸ਼ੇਅਰ ਵੀ ਨਹੀਂ ਕਰ ਸਕਦੇ ਜੋ ਇਹਨਾਂ ਦੀਆਂ ਲੱਤਾਂ ਦੇ ਪੈਰਾਂ ਦੇ ਹਾਲਾਤ ਨੇ। ਇਹ ਬਜ਼ੁਰਗਾਂ ਦਾ ਨਾਂ ਜੋ ਦੱਸਿਆ ਇਹਨਾਂ ਦੀ ਲਵਾਲ ਸਿੰਘ ਤੇ ਸਾਨੂੰ ਅਜੀਤ ਸਿੰਘ, ਪਿੰਡ ਦੱਸਦੇ ਨੇ ਜੀ ਮੋਹਨ ਭੰਡਾਰੀਆਂ, ਫਤਿਹਗੜ੍ਹ ਚੂੜੀਆਂ ਦੇ ਕੋਲ, ਤੇ ਨਿਊ ਅੰਮ੍ਰਿਤਸਰ ਇਹਨਾਂ ਦਾ ਇੱਕ ਬ੍ਰਦਰ ਰਹਿੰਦਾ ਆ। ਬਾਕੀ ਕਿੰਨੀ ਕੁ ਸੱਚਾਈ ਹੈ ਉਹਦੇ ਬਾਰੇ ਅਜੇ ਸਾਨੂੰ ਕੁਝ ਨਹੀਂ ਪਤਾ, ਇਹ ਬਜ਼ੁਰਗਾਂ ਨੇ ਦੱਸਿਆ। ਕੋਈ ਘਰ ਵਾਲਿਆਂ ਨਾਲ ਤਾਲਮੇਲ ਹੋਇਆ? ਘਰ ਵਾਲਿਆਂ ਨਾਲ ਕੋਈ ਤਾਲਮੇਲ ਨਹੀਂ ਹੋਇਆ। ਵਿਆਹ ਬਜ਼ੁਰਗ ਕਹਿੰਦੇ ਕਿ ਅਸੀਂ ਨਹੀਂ ਕਰਾਇਆ। ਬਾਕੀ ਇਹਨਾਂ ਬਜ਼ੁਰਗਾਂ ਨੂੰ ਅੱਜ ਅਸੀਂ ਲੈ ਕੇ ਜਾ ਰਹੇ ਹਾਂ, ਪਹਿਲਾਂ ਹਸਪੀਟਲ ਖੜਾਂਗੇ, ਫਿਰ ਉਸ ਤੋਂ ਬਾਅਦ ਡਾਕਟਰਾਂ ਦੀ ਜਾਂਚ ਕਰਾ ਕੇ ਫਿਰ ਇਹਨੂੰ ਆਪਣੇ ਪਰਿਵਾਰ ਦੇ ਵਿੱਚ ਲੈ ਕੇ ਜਾਵਾਂਗੇ। ਜਿਹੜੀ ਸੰਸਥਾ ਤੁਹਾਡੀ ਕਿੱਥੇ ਹੈ? ਸਾਡੀ ਸੰਸਥਾ ਦਾ ਨਾਮ ਜੀ ਬੇਆਸਰਿਆਂ ਦਾ ਆਸਰਾ ਵੈਲਫੇਅਰ ਸੁਸਾਇਟੀ, ਪਿੰਡ ਵੱਲਾ, ਬ੍ਰਾਂਚ ਨਵਾਂ ਪਿੰਡ ਹੈ ਜੀ, ਜਿੱਥੇ ਅਸੀਂ ਕਿਰਾਏ ਤੇ ਜਗ੍ਹਾ ਲੈ ਕੇ ਪਿਛਲੇ 2.5 ਸਾਲ ਤੋਂ ਸੇਵਾ ਨਿਭਾ ਰਹੇ ਹਾਂ ਜੀ। ਸਭ ਦਾਨੀ
ਦਾਨੀ ਸੱਜਣਾ ਦੇ ਸਹਿਯੋਗ ਨਾਲ। ਸਰਕਾਰ ਵੱਲੋਂ ਸਰਕਾਰ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ, ਕਿਸੇ ਵੀ ਧਾਰਮਿਕ ਜਥੇਬੰਦੀ ਵੱਲੋਂ ਅਜੇ ਤੱਕ ਕੋਈ ਮਦਦ ਨਹੀਂ। ਅਸੀਂ ਅਪੀਲ ਵੀ ਕਰਦੇ ਹਾਂ ਕਿ ਸਾਡਾ ਸਾਥ ਨਹੀਂ ਦੇਣਾ, ਤੁਸੀਂ ਆਪਣੇ ਪੱਧਰ ਤੇ ਕਰੋ, ਕਿਉਂਕਿ ਬਹੁਤ ਲੋਕ ਨੇ ਜਿਹੜੇ ਫੁੱਟਪਾਥਾਂ ਤੇ ਨਰਕ ਭਰੀ ਜ਼ਿੰਦਗੀ ਜੀ ਰਹੇ ਨੇ। ਬਾਕੀ ਜਿਹੜੇ ਦਾਨੀ ਸੱਜਣ ਨੇ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਨੇ, ਉਹ ਸਾਡੀ ਫੁੱਲ ਸਪੋਰਟ ਕਰਦੇ ਨੇ ਜੀ। ਚਾਹੇ ਉਹ ਆਮ ਆਦਮੀ ਹੈ, ਚਾਹੇ ਕਾਂਗਰਸ ਅਕਾਲੀ ਦਲ ਨਾਲ ਆ, ਉਹ ਸਾਡੇ ਨਾਲ ਬਹੁਤ ਸੇਵਾ ਨਿਭਾਉਂਦੇ। ਜਦੋਂ ਇਹ ਠੀਕ ਹੋ ਜਾਂਦੇ ਇਹਨਾਂ ਦੇ ਘਰ ਤੱਕ ਪਹੁੰਚ ਜਾਂਦੇ ਫਿਰ ਜੀ 118 ਮੈਂਬਰਾਂ ਦੇ ਵਿੱਚੋਂ ਅਸੀਂ 27 ਮੈਂਬਰ ਸਾਡੇ ਕੋਲ ਨੇ, 24 ਮੈਂਬਰ ਸਵਰਗਵਾਸ ਹੋ ਗਏ ਜਿਨ੍ਹਾਂ ਦਾ ਸੰਸਕਾਰ ਸੰਸਥਾ ਵੱਲੋਂ ਕੀਤਾ ਗਿਆ। ਬਾਕੀ ਮੈਂਬਰ ਆਪਦੇ ਘਰਾਂ ਵਿੱਚ ਚਲੇ ਗਏ ਨੇ ਜੀ। ਜਿਹੜੇ ਕੁਝ ਠੀਕ ਹੋ ਕੇ ਗਏ ਨੇ, ਕੁਝ ਪਰਿਵਾਰਾਂ ਦਾ ਐਡਰੈਸ ਟ੍ਰੇਸ ਹੋ ਗਿਆ, ਉਹ ਠੀਕ ਹੋਣ ਤੋਂ ਬਿਨਾਂ ਲੈ ਕੇ ਚਲੇ ਗਏ ਨੇ ਜੀ। ਜਾਂਦੇ ਜਾਂਦੇ ਇੱਕ ਵਾਰੀ ਫੇਰ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਸ਼੍ਰੋਮਣੀ ਅਕਾਲੀ ਦਲ ਨੇ ਘੇਰੀ ਪੰਜਾਬ ਦੀ ਕੈਪਟਨ ਸਰਕਾਰ ਨਾਜਾਇਜ਼ ਸ਼ਰਾਬ ਦੇ ਮੁੱਦੇ ਤੇ ਪੰਜਾਬ ਸਰਕਾਰ ਤੇ ਚੁੱਕੇ ਕਈ ਸਵਾਲ। ਮਾਨਸਾ 'ਚ ਸਕੂਲੀ ਵਿਦਿਆਰਥਣ ਦੇ ਖੁਦਕੁਸ਼ੀ ਦਾ ਮਾਮਲਾ। ਆਮ ਆਦਮੀ ਪਾਰਟੀ ਵਿਧਾਇਕ ਅਮਨ ਅਰੋੜਾ ਨੇ ਘੇਰਿਆ ਪੰਜਾਬ ਸਰਕਾਰ ਨੂੰ, ਕਿਹਾ ਜੇਕਰ ਕੈਪਟਨ ਸਰਕਾਰ ਆਪਣਾ ਸਮਾਰਟਫੋਨ ਵਾਲਾ ਵਾਅਦਾ ਪੂਰਾ ਕਰਦੀ ਤਾਂ ਨਾ ਹੁੰਦੀ ਖੁਦਕੁਸ਼ੀ। ਤਰਨ ਚੁੱਗ ਨੇ ਪੰਜਾਬ ਸਰਕਾਰ ਤੇ ਕੱਸਿਆ ਤੰਜ। ਲੰਚ ਡਿਪਲੋਮੈਸੀ ਨੂੰ ਲੈ ਕੇ ਘੇਰਿਆ ਪੰਜਾਬ ਸਰਕਾਰ ਨੂੰ। ਲੁਧਿਆਣਾ 'ਚ ਵਿਧਾਇਕ ਦਵਿੰਦਰ ਘੁਬਾਇਆ ਦੀ ਗੱਡੀ ਦਾ ਹੋਇਆ ਐਕਸੀਡੈਂਟ। ਹਾਦਸੇ 'ਚ ਇੱਕ ਵਿਅਕਤੀ ਦੀ ਮੌਤ। ਐਸਜੀਪੀਸੀ ਨੇ ਪੰਜਾਬ ਸਰਕਾਰ ਦੇ ਹੁਕਮਾਂ ਤੇ ਜਤਾਇਆ ਇਤਰਾਜ਼। ਗੁਰੂ ਘਰਾਂ 'ਚ ਲੰਗਰ ਵੀ ਵਰਤਾਏ ਜਾਣਗੇ ਤੇ ਕੜਾ ਪ੍ਰਸ਼ਾਦ ਵੀ, ਕਿਹਾ ਐਸਜੀਪੀਸੀ ਨੇ। ਗ੍ਰੰਥੀ ਸਿੰਘਾਂ ਵੱਲੋਂ ਵੀ ਐਸਜੀਪੀਸੀ ਦੇ ਸਮਰਥਨ 'ਚ ਹਾਂ ਦਾ ਨਾਰਾ। ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। This show is sponsored by Ashoka Tandoori Range. Enjoy the Indian taste.